ਅਮਰਦਾਸ ਭਗਵੰਦ ਰਾਮਦਾਸ ਹਰਿ ਗੁਰੂ ਬਰ ਸ੍ਰੀ ਹਰਿਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਪ੍ਰੇਮ ਦੇ ਨਾਲ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਬੈਠ ਕੇ ਆਪਣੇ ਜੀਵਨ ਦੇ ਵਿੱਚ ਗੁਰੂ ਸਾਹਿਬ ਜੀ ਦੀ ਕਥਾ ਸੁਣਨ ਦਾ ਮੌਕਾ, ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਸੁਣਨ ਦਾ ਮੌਕਾ, ਜਾਂ ਇਉਂ ਕਹਿ ਲਈਏ ਕਿ ਗੁਰੂ ਜੀ ਦੀ ਬਾਣੀ ਦਾ ਪਾਠ ਸੁਣਨ ਦਾ ਜਿਹੜਾ ਮੌਕਾ ਹੈ ਨਾ, ਇਹ ਵੱਡੇ ਭਾਗਾਂ ਦੇ ਨਾਲ ਬਣਦਾ ਹੈ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਲੜੀਵਾਰ ਕਥਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਆਪ ਜੀ ਸਰਵਣ ਕਰਦੇ ਹੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸੁਭਾਏਮਾਨ ਹਨ। ਜਿਸ ਵਾਹਿਗੁਰੂ ਬਾਉੜੀ ਸਾਹਿਬ ਦੇ ਵਿੱਚ ਤੁਸੀਂ ਜਾ ਕੇ ਇਸ਼ਨਾਨ ਕਰਦੇ ਹੋ, 84 ਪੌੜੀਆਂ ਉਤਰਦੇ ਹੋ, ਜਦੋਂ ਉਸ ਬਾਉੜੀ ਸਾਹਿਬ ਜੀ ਦੀ ਸੇਵਾ ਚੱਲ ਰਹੀ ਸੀਗੀ, ਕੀ ਉਸ ਸੇਵਾ ਦੇ ਦੌਰਾਨ ਹੋਇਆ, ਉਹ ਪ੍ਰਸੰਗ ਆਪਾਂ ਸਰਵਣ ਕਰ ਰਹੇ ਸਾਂ। ਗੰਗੋ ਸ਼ਾਹ ਭੁੱਲ ਗਿਆ, ਆ ਕੇ ਉਹਨੇ ਮਹਾਰਾਜ ਦੇ ਚਰਨਾਂ 'ਚ ਬਹੁਤ ਘਾਲਣਾ ਘਾਲੀ, ਸੇਵਾ ਕੀਤੀ। ਗੁਰੂ ਜੀ ਨੇ ਉਹਨੂੰ ਬਖਸ਼ ਲਿਆ, ਉਹਦੇ 'ਤੇ ਕਿਰਪਾ ਕੀਤੀ, ਦਇਆ ਕੀਤੀ, ਔਰ ਉਹਨੂੰ ਸ਼ਾਹ ਵੀ ਬਣਾਇਆ, ਉਹਨੂੰ ਨਾਮ ਦੀ ਬਖਸ਼ਿਸ਼ ਵੀ ਕੀਤੀ ਜੀ। ਇਹ ਪ੍ਰਸੰਗ ਤੁਸੀਂ ਕੱਲ੍ਹ ਸੁਣਿਆ। ਜਿੱਥੇ ਬਾਉੜੀ ਸਾਹਿਬ ਜੀ ਦੀ ਸੇਵਾ ਚੱਲ ਰਹੀ ਹੈ ਨਾ, ਉੱਥੇ ਇੱਕ ਮਾਈ ਆ ਕੇ ਸੇਵਾ ਕਰਦੀ ਹੈ। ਕਹਿੰਦੇ ਉਹਨੂੰ ਮਾਈ ਹੈ, ਸਤਿਕਾਰ ਨਾਲ। ਅਜੇ ਅਵਸਥਾ ਜਿਹੜੀ ਉਹਦੇ ਸਰੀਰ ਦੀ ਉਹ ਜਵਾਨ ਹੈ, ਉਮਰ ਜਿਹੜੀ ਹੈ ਉਹ ਜਵਾਨੀ ਦੀ ਹੈ, ਪਰ ਬਹੁਤ ਪ੍ਰੇਮ ਨਾਲ ਆ ਕੇ ਉਹ ਸੇਵਾ ਕਰਦੀ ਹੈ। ਤੁਸੀਂ ਸੁਣਿਆ, ਇੱਕ ਤੇ ਉਹ ਬੀਬੀ ਆਪਣੇ ਪਤੀ ਵਰਤਾ ਧਰਮ ਵਿੱਚ ਪੂਰੀ ਹੈ, ਦੂਜਾ ਉਹ ਨਾਮ ਜਪਦੀ ਸਿਮਰਨ ਕਰਦੀ ਹੈ ਜੀ। ਨਾਮ ਜਪਣ ਵਾਲਾ ਬੰਦਾ, ਗੁਰੂ ਸਾਹਿਬ ਸਾਡੇ 'ਤੇ ਕਿਰਪਾ ਕਰਨ, ਬਖਸ਼ਿਸ਼ਾਂ ਕਰਨ,
ਜਤ ਸਤ ਸੰਜਮ ਦਾ ਪੂਰਾ ਹੋਵੇ, ਸ਼ੁਭ ਗੁਣ ਉਹਦੇ ਵਿੱਚ ਹੋਣ, ਤੇ ਪਿਆਰਿਓ ਬੜੀਆਂ ਬਖਸ਼ਿਸ਼ਾਂ ਮਿਲਦੀਆਂ ਨੇ। ਪਤੀ ਵਰਤਾ ਇਸਤਰੀ ਹੈ, ਆਪਣੇ ਪਤੀ ਨੂੰ ਛੱਡ ਕੇ ਦੂਜੇ ਮਰਦ ਬਾਰੇ ਸੋਚਦੀ ਤੱਕ ਨਹੀਂ ਹੈਗੀ ਜੀ ਉਹਦੀ, ਜਿਹਦੇ ਕਰਕੇ ਉਹਦੇ ਜੀਵਨ ਦੇ ਵਿੱਚ ਬੜੀਆਂ ਬਖਸ਼ਿਸ਼ਾਂ ਵਰਤੀਆਂ। ਸੇਵਾ ਦੀ ਕਮਾਈ ਕਰਦਿਆਂ ਕਰਦਿਆਂ, ਸਿਮਰਨ ਕਰਦਿਆਂ ਕਰਦਿਆਂ ਉਹਨੂੰ ਇਹ ਸਿੱਧੀ ਹਾਸਲ ਹੋਈ, ਕਾਬਲ ਤੋਂ ਗੋਇੰਦਵਾਲ ਸਾਹਿਬ ਉਹ ਬਹੁਤ ਛੇਤੀ ਪਹੁੰਚ ਜਾਂਦੀ ਹੈ ਜੀ, ਗੁਪਤ ਹੋ ਕੇ ਪਹੁੰਚ ਜਾਂਦੀ ਹੈ। ਸਾਰੀ ਦਿਹਾੜੀ ਉਹਨੇ ਸੇਵਾ ਕਰਨੀ ਹੈ, ਸ਼ਾਮ ਨੂੰ ਫਿਰ ਉਹ ਗੁਪਤ ਹੋ ਜਾਂਦੀ ਹੈ ਜੀ। ਸਿੱਖ ਆਪਸ ਵਿੱਚ ਗੱਲਾਂ ਕਰਦੇ ਆ, ਇਹ ਬੀਬੀ ਕੌਣ ਹੈ? ਕਈ ਵਾਰੀ ਇੰਜ ਹੱਥ ਕਰਦੀ ਹੈ ਜਿਵੇਂ ਬੱਚੇ ਨੂੰ ਸਵਾਈ ਦਾ ਪੰਘੂੜੇ ਦੇ ਵਿੱਚ ਤੇ ਪੰਘੂੜਾ ਹਲਾਈਦਾ ਹੈ। ਇਹ ਬੀਬੀ ਕਈ ਵਾਰੀ ਇੰਜ ਹੱਥ ਕਰਦੀ ਹੈ, ਪਰ ਇਹ ਬੀਬੀ ਹੈ ਕੌਣ? ਤੇ ਸੰਗਤ ਜੀ, ਮੈਂ ਇੱਥੇ ਇੱਕ ਬੇਨਤੀ ਕਰਾਂ, ਸੇਵਾ ਸਿਮਰਨ ਬਹੁਤ ਵੱਡੀ ਤਾਕਤ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਹੁਤ ਵੱਡੀ ਤਾਕਤ ਹੈ। ਇਹ ਜਿਹੜੀ ਗੱਲ ਤੁਸੀਂ ਸੁਣ ਰਹੇ ਹੋ ਨਾ, ਇਹ ਤੇ ਕੁਝ ਵੀ ਨਹੀਂ ਹੈਗੀ ਜੀ। ਸੇਵਾ ਸਿਮਰਨ ਵਾਲਿਆਂ ਕੋਲ ਬੜੀਆਂ ਬੜੀਆਂ ਵੱਡੀਆਂ ਬਖਸ਼ਿਸ਼ਾਂ ਹੁੰਦੀਆਂ ਜੀ। ਤੁਸੀਂ ਕਰਕੇ ਵੇਖ ਲਓ, ਬਖਸ਼ਿਸ਼ਾਂ ਤੁਹਾਡੇ ਨਾਲ ਵਰਤਣ ਲੱਗ ਪੈਣਗੀਆਂ ਜੀ। ਮੇਰਾ ਕਿਰਪਾ ਜਿਹੜੀ ਹੈ ਨਾ, ਉਹ ਤੁਹਾਡੇ ਨਾਲ ਹੋਣੀ ਸ਼ੁਰੂ ਹੋ ਜਾਏਗੀ ਜੀ। ਸਿੱਖ ਆਪਸ ਵਿੱਚ ਗੱਲਾਂ ਕਰਦੇ, ਬੀਬੀ ਕੌਣ ਹੈ? ਫਿਰ ਸਭ ਤੋਂ ਵੱਡੀ ਗੱਲ, ਸੇਵਾ ਕਰਨ ਦੇ ਦੌਰਾਨ, ਭਾਵ ਸੇਵਾ ਕਰਦਿਆਂ ਉਹਨੇ ਨਾਮ ਜਪੀ ਜਾਣਾ, ਕਿਸੇ ਨਾਲ ਗੱਲ ਨਹੀਂ ਕਰਨੀ ਜੀ। ਅੱਜ ਬੜੇ ਅਸਥਾਨਾਂ 'ਤੇ ਜਾ ਕੇ ਕਥਾ ਕਰਨ ਨੂੰ ਮਿਲਦਾ ਹੈ, ਮੌਕਾ ਮਿਲਦਾ, ਸਮਾਂ ਮਿਲਦਾ ਹੈ, ਤੇ ਵੇਖੀਦਾ ਹੈ ਬਹੁਤ ਸਾਰੇ ਪ੍ਰੇਮੀਆਂ ਦੀਆਂ ਪਾਰਟੀਆਂ ਬਣੀਆਂ ਹੁੰਦੀਆਂ ਜੀ। ਇਹ ਕਿਉਂ ਪਾਰਟੀਆਂ ਬਣਦੀਆਂ ਜੀ? ਉਹ ਇਸ ਕਰਕੇ ਬਣਦੀਆਂ, ਜਦੋਂ ਅਸੀਂ ਸੇਵਾ ਸਿਮਰਨ ਤੋਂ ਹਟ ਜਾਂਦੇ ਹਾਂ, ਹੋਰ ਹੋਰ ਗੱਲਾਂ ਵੱਲ ਧਿਆਨ ਦੇਣ ਲੱਗ ਪੈਂਦੇ ਹਾਂ। ਉਸ ਮਾਈ ਨੇ ਕਿਸੇ ਵੱਲ ਧਿਆਨ ਨਹੀਂ ਦੇਣਾ, ਪ੍ਰੇਮ ਨਾਲ ਸੇਵਾ ਕਰੀ ਜਾਣੀ। ਸਿੱਖ ਆਪਸ ਵਿੱਚ ਪੁੱਛਦੇ ਆ, ਇਹ ਕੌਣ ਹੈ ਮਾਈ? ਕਿੱਥੋਂ ਆਈ ਹੈ? ਕਿਵੇਂ ਆਈ ਹੈ? ਇਹ ਹੁਣ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ। ਹੁਣ ਆਪਾਂ ਇਹਦੇ ਤੋਂ ਅੱਗੇ ਕਥਾ ਸਰਵਣ ਕਰੀਏ। ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਕਹੋ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ 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 ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬਹੁਤ ਦਿਵਸ ਇਸ ਭਾਂਤ ਬਿਤਾਏ। ਮਾਈ ਆ ਕੇ ਸੇਵਾ ਕਰਦੀ ਹੈ, ਬੜੇ ਦਿਨ ਇਸ ਤਰ੍ਹਾਂ ਲੱਗ ਗਏ ਜੀ, ਕਿਉਂਕਿ ਬੌਲੀ ਸਾਹਿਬ ਦੀ ਸੇਵਾ ਬੜੀ ਲੰਬੀ ਸੇਵਾ ਚੱਲੀ ਜੀ। ਬੜੇ ਦਿਨ ਹੋ ਗਏ ਜੀ ਉਹਨੂੰ ਗੁਰੂ ਘਰ ਵਿੱਚ ਆਉਂਦਿਆਂ। ਸਵੇਰੇ ਪ੍ਰਗਟ ਹੋ ਜਾਣਾ, ਸ਼ਾਮੀ ਗੁਪਤ ਹੋ ਜਾਣਾ ਜੀ। ਅਚਰਜ ਮਹਿ ਨਿਤ ਸਿੱਖ ਸਮੁਦਾਏ। ਸੰਗਤਾਂ ਅਚਰਜਤਾਈ ਵਿੱਚ ਡੁੱਬੀਆਂ ਰਹਿੰਦੀਆਂ ਜੀ। ਉਤੋਂ ਉਹਨੇ ਗੱਲ ਨਹੀਂ ਕਰਨੀ ਕਿਸੇ ਨਾਲ ਜੀ। ਹਾਂਜੀ। ਮਿਲ ਸਗਰੇ ਸਤਿਗੁਰ ਪਹਿ ਗਏ। ਸੰਗਤਾਂ ਨੇ ਵਿਚਾਰ ਕੀਤੀ, ਆਪਾਂ ਗੁਰੂ ਅਮਰਦਾਸ ਜੀ ਨੂੰ ਪੁੱਛਦੇ ਹਾਂ, ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਹਾਂ। ਵਿਚਾਰ ਕਰਕੇ ਸੰਗਤਾਂ ਗੁਰੂ ਸਾਹਿਬ ਦੇ ਕੋਲ ਇਕੱਠੀਆਂ ਹੋ ਕੇ ਗਈਆਂ। ਬਿਸਮਤ ਮਤ ਸੋ ਬੁਝਤ ਭਏ। ਤੇ ਬੜੀ ਹੈਰਾਨੀ ਦੇ ਨਾਲ, ਪ੍ਰੇਮ ਦੇ ਨਾਲ ਸੱਚੇ ਪਾਤਸ਼ਾਹ ਜੀ ਨੂੰ ਸੰਗਤ ਬੇਨਤੀ ਕਰਨ ਲੱਗੀ। ਹਾਂਜੀ। ਹੇ ਪ੍ਰਭ ਜੀ ਆਵਤ ਇੱਕ ਮਾਈ। ਹੇ ਸੱਚੇ ਪਾਤਸ਼ਾਹ, ਗਰੀਬ ਨਵਾਜ ਸਤਿਗੁਰੂ ਜੀ, ਸੰਗਤ ਦੇ ਵਿੱਚ ਇੱਕ ਇਸਤਰੀ ਆਉਂਦੀ ਹੈ ਮਹਾਰਾਜ। ਹਾਂਜੀ। ਮਿਲਤ ਸਭਨ ਮੈਂ ਕਾਰ ਕਮਾਈ। ਸਾਰੀ ਸੰਗਤ ਵਿੱਚ ਕਦੀ ਉਹਨੇ ਇੱਟਾਂ ਢੋਣੀਆਂ, ਕਦੀ ਉਹਨੇ ਚੂਨਾ ਢੋਣਾ,
ਕਦੀ ਉਹਨੇ ਗਾਗਰਾਂ ਵਾਹਿਗੁਰੂ ਗਾਰਾ ਢੋਣਾ। ਸਾਰੀ ਸੰਗਤ ਵਿੱਚ ਮਿਲ ਕੇ ਮਹਾਰਾਜ ਉਹ ਸੇਵਾ ਕਰਦੀ ਸਾਰਾ ਦਿਨ। ਹਾਂਜੀ, ਜਾਮਨ ਮਹਿ ਅਲੋਪ ਹੋਏ ਜਾਏ। ਤੇ ਮਹਾਰਾਜ ਸ਼ਾਮ ਨੂੰ ਅਲੋਪ ਹੋ ਜਾਂਦੀ ਹੈ, ਵਹਿੰਦਿਆਂ ਵਹਿੰਦਿਆਂ ਗਾਇਬ ਹੋ ਜਾਂਦੀ ਹੈ। ਹਾਂਜੀ, ਸਭ ਕੇ ਦੇਖਤ ਦਿਖਤ ਨਾ ਕਾਏ। ਬਸ ਵੇਖਦਿਆਂ ਵੇਖਦਿਆਂ ਇੱਕਦਮ ਅਲੋਪ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਉਹਦੇ ਬਾਰੇ ਪਤਾ ਨਹੀਂ ਲੱਗਦਾ। ਹਾਂਜੀ, ਪ੍ਰਾਤ ਹੋਤ ਪ੍ਰਗਟ ਪੁਨ ਤੈਸੇ। ਜਦੋਂ ਦਿਨ ਚੜ੍ਹਦਾ ਸਵੇਰ ਹੁੰਦਿਆਂ ਫਿਰ ਉਹ ਪ੍ਰਗਟ ਹੋ ਜਾਂਦੀ ਹੈ। ਹਾਂਜੀ, ਕਰਤਕਾਰ ਸਭ ਸਿੱਖਨ ਜੈਸੇ। ਬੜੇ ਪ੍ਰੇਮ ਨਾਲ ਸੰਗਤਾਂ ਦੇ ਵਿੱਚ ਰਲ ਕੇ ਉਸ ਇਸਤਰੀ ਨੇ ਸੇਵਾ ਕਰਨੀ ਹੈ। ਪਿਆਰਿਓ, ਇੱਕ ਗੱਲ ਚੇਤਾ ਰੱਖਿਓ, ਸੇਵਾ ਸਿਮਰਨ ਵਾਲਿਆ ਸਰੀਰ ਭਾਵੇਂ ਇਸਤਰੀ ਦਾ ਹੋਵੇ ਤੇ ਭਾਵੇਂ ਪੁਰਸ਼ ਦਾ, ਉਹਦੇ ਚਿਹਰੇ ਤੋਂ ਪਤਾ ਲੱਗਦਾ ਹੈ ਇਹਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦੀ ਕਣੀ ਹੈ ਜੀ। ਕਿਉਂ? ਉਹਦੇ ਚਿਹਰੇ ਤੇ ਸੁੱਖ ਸ਼ਾਂਤੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਬੜੇ ਪਿਆਰ ਨਾਲ ਫਿਰ ਉਹ ਸੇਵਾ ਕਰਦੀ ਹੈ। ਹਾਂਜੀ, ਇੱਕ ਅਚਰਜ ਪੁਨ ਕਰਤ ਸੋ ਔਰ। ਸਾਰਾ ਕਾਰਜ ਕਰਦਿਆਂ ਕਰਦਿਆਂ ਇੱਕ ਹੈਰਾਨੀ ਵਾਲਾ ਕੰਮ ਉਹ ਬੀਬੀ ਹੋਰ ਕਰਦੀ ਹੈ। ਕਾਰ ਕਰਤ ਬੈਠਚ ਦਿਸ ਠੌਰ। ਸੇਵਾ ਕਰਦਿਆਂ ਕਰਦਿਆਂ ਇੱਕਦਮ ਉਹ ਬੈਠ ਜਾਂਦੀ ਹੈ ਮਹਾਰਾਜ। ਹਾਂਜੀ, ਹਾਥ ਪਸਾਰ ਸੰਕੋਚਤ ਫੇਰ। ਹੱਥ ਫੈਲਾ ਲੈਂਦੀ ਹੈ, ਫਿਰ ਪਿੱਛੇ ਕਰ ਲੈਂਦੀ ਹੈ। ਹੱਥ ਫੈਲਾਉਂਦੀ ਹੈ, ਪਿੱਛੇ ਕਰ ਲੈਂਦੀ ਹੈ। ਜਾਣਿਓ ਜਾਏ ਨਾ ਹਾਰੇ ਹੇਰ। ਮਹਾਰਾਜ ਅੱਗੇ ਤੇ ਕੁਝ ਵੀ ਨਹੀਂ ਹੁੰਦਾ, ਉਹ ਹੱਥ ਕਿਉਂ ਹਿਲਾਉਂਦੀ ਹੈ ਮਹਾਰਾਜ? ਹਾਂਜੀ, ਬਹੁਤ ਦਿਵਸ ਕੇ ਦੇਖਤ ਰਹੈ। ਬਹੁਤ ਦਿਵਸ ਕੇ ਦੇਖਤ ਰਹੈਂ। ਮਹਾਰਾਜ ਅਸੀਂ ਬੜੇ ਦਿਨਾਂ ਦੇ ਦੇਖ ਰਹੇ ਹਾਂ। ਹਾਂਜੀ, ਆਜ ਬੂਝਬੋ ਤੁਮ ਸੋ ਚਾਹੈ। ਅਸੀਂ ਅੰਦਾਜ਼ਾ ਲਾ ਰਹੇ ਸਾਂ, ਪਰ ਸਾਨੂੰ ਪਤਾ ਨਹੀਂ ਲੱਗਾ ਵੀ ਉਹ ਬੀਬੀ ਆਉਂਦੀ ਕਿੱਧਰੋਂ ਹੈ। ਤੇ ਸੱਚੇ ਪਾਤਸ਼ਾਹ ਅੱਜ ਇਕੱਠੇ ਹੋ ਕੇ ਅਸੀਂ ਤੁਹਾਡੇ ਚਰਨਾਂ ਵਿੱਚ ਆਏ ਹਾਂ। ਹਾਂਜੀ, ਕੋ ਹੈ ਇਹੋ ਕਿਹ ਪੁਰ ਘਰ ਬਸੈ। ਮਹਾਰਾਜ ਉਹ ਬੀਬੀ ਕੌਣ ਹੈ? ਕਿੱਥੇ ਉਹਦਾ ਘਰ ਹੈ? ਵੇਖੋ ਨਾ ਜੀ, ਆਮ ਸਰੀਰ ਹੋਵੇ, ਮੰਨ ਲਓ ਬਾਹਰੋਂ ਵੀ ਆਇਆ ਜੀ, ਉਹਨੇ ਸੇਵਾ ਕਰਨੀ ਹੈ ਤੇ ਉਹ ਗੋਇੰਦਵਾਲ ਸਾਹਿਬ ਹੀ ਰਵੇ ਜੀ, ਪਰ ਉਹ ਗੋਇੰਦਵਾਲ ਸਾਹਿਬ ਨਹੀਂ ਰਹਿੰਦੀ। ਹਾਂਜੀ, ਕਿਮ ਪਹੁੰਚੈ ਹੈ ਅਰ ਕਿਮ ਨ ਦਿਸੈ। ਮਹਾਰਾਜ ਉਹ ਕਿਵੇਂ ਜਾਂਦੀ ਹੈ, ਕਿੱਥੇ ਜਾਂਦੀ ਹੈ? ਤੇ ਮਹਾਰਾਜ ਫਿਰ ਵੇਖਦੀ ਵੀ ਨਹੀਂ ਸਾਨੂੰ, ਅਲੋਪ ਹੀ ਹੋ ਜਾਂਦੀ ਹੈ। ਕਰੁਣਾ ਕਰੋ ਬਿਰਤੰਤ ਬਤਾਵੋ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਮਹਾਰਾਜ ਆਪ ਕਿਰਪਾ ਕਰੋ ਤੇ ਸਾਨੂੰ ਦੱਸੋ ਉਹ ਮਾਤਾ ਜਾਂਦੀ ਕਿੱਥੇ? ਵਾਹਿਗੁਰੂ ਉਹ ਬੀਬੀ ਜਾਂਦੀ ਕਿੱਥੇ ਹੈ? ਹਾਂਜੀ, ਸਭ ਸਿੱਖਨ ਮਨ ਭਰਮ ਮਿਟਾਵੋ। ਕਿਉਂ? ਸਿੱਖਾਂ ਦਾ ਮਨ ਉਹਦੇ ਵਿੱਚ ਲੱਗਾ ਰਹਿੰਦਾ। ਜਦੋਂ ਉਹਨੇ ਇੱਕਦਮ ਪ੍ਰਗਟ ਹੋ ਜਾਣਾ, ਇੱਕਦਮ ਗੁਪਤ ਹੋ ਜਾਣਾ, ਤੇ ਮਨ 'ਚ ਤੇ ਸ਼ੰਕਾ ਬਣਦਾ ਹੀ ਹੈ। ਸੁਨ ਸ਼੍ਰੀ ਅਮਰਦਾਸ ਤਿਨ ਸੰਗ। ਗੱਜ ਕੇ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸੁਣ ਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ ਜੀ। ਹਾਂਜੀ, ਕਰਿਓ ਸੁਨਾਵਨ ਸਰਬ ਪ੍ਰਸੰਗ। ਮਹਾਰਾਜ ਗਰੀਬ ਨਵਾਜ ਸਾਰਾ ਪ੍ਰਸੰਗ ਸੁਣਾਉਣ ਲੱਗੇ ਜੀ ਉਹਦਾ ਜੀ। ਵੇਖ ਲੋ ਉਸ ਬੀਬੀ ਦਾ ਕਿੰਨਾ ਮਹਾਨ ਜੀਵਨ ਹੋਏਗਾ, ਜਿਹਦਾ ਪ੍ਰਸੰਗ ਖੁਦ ਗੁਰੂ ਅਮਰਦਾਸ ਸਾਹਿਬ ਸੁਣਾ ਰਹੇ ਜੀ। ਹਾਂਜੀ, ਕਾਬਲ ਮਹਿ ਇੱਕ ਸਿੱਖ ਹੈ ਮੇਰੋ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਭਾਈ ਪਿਆਰਿਓ, ਕਾਬਲ ਦੇ ਵਿੱਚ ਸਾਡਾ ਇੱਕ ਸਿੱਖ ਰਹਿੰਦਾ ਹੈ। ਹਾਂਜੀ, ਤਿਸ ਕੀ ਇਹ ਤ੍ਰਿਐ ਪ੍ਰੇਮ ਕਨੇਰੋ। ਇਹ ਉਹਦੀ ਇਸਤਰੀ ਹੈ। ਹਾਂਜੀ, ਪ੍ਰਤੀਵਰਤਾ ਬੜ ਭਾਗਨ ਭਲੀ। ਪਤੀ ਵਰਤਾ ਧਰਮ ਦੇ ਵਿੱਚ ਪੂਰੀ ਹੁੰਦੀ ਹੈ। ਵਾਹਿਗੁਰੂ ਪੂਰੀ ਹੈ। ਮੈਂ ਇੱਕ ਬੇਨਤੀ ਕਰਨ ਲੱਗਾ ਸੰਗਤ ਜੀ, ਇਸਤਰੀਆਂ ਦੇ ਵਾਸਤੇ ਪਤੀ ਵਰਤਾ ਰਹਿਣਾ ਕਲਯੁਗ ਦਾ ਸਮਾਂ, ਤੇ ਪਤੀਆਂ ਵਾਸਤੇ ਪਤਨੀ ਵਰਤਾ ਰਹਿਣਾ ਬੜਾ ਔਖਾ ਕੰਮ ਹੈਗਾ ਜੀ।
ਮਨ 'ਚ ਫੁਰਨਾ ਹੀ ਨਾ ਸੋਚਣਾ ਜੀ ਕਿਸੇ ਬਾਰੇ, ਕਿਸੇ ਬਾਰੇ ਫੁਰਨਾ ਹੀ ਨਾ ਪੈਦਾ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਹਿਣ ਲੱਗੇ, ਇਹ ਇਸਤਰੀ ਪਤੀ ਵਰਤਾ। ਹਾਂਜੀ, ਗੁਰ ਸੇਵਾ ਕੇ ਤਤਪਰ ਢੁਲੀ। ਫਿਰ ਇਹਦੇ ਵਿੱਚ ਹੋਰ ਕੌਣ ਹੈ? ਭਾਵੇਂ ਇਹ ਕਾਬਲ ਵਿੱਚ ਰਵੇ, ਇਹਨੇ ਗੁਰੂ ਘਰ ਦੀ ਸੇਵਾ ਨਹੀਂ ਛੱਡੀ। ਗੱਜ ਕੇ ਆਖੋ ਵਾਹਿਗੁਰੂ। ਸੇਵਾ ਨਹੀਂ ਛੱਡੀ ਇਹਨੇ ਕਦੀ। ਹਾਂਜੀ, ਪਤ ਕੋ ਪਰਮੇਸ਼ਰ ਕਰ ਜਾਣੈ। ਆਪਣੇ ਪਤੀ ਨੂੰ ਰੱਬ ਦਾ ਰੂਪ ਸਮਝਦੀ ਹੈ, ਆਪਣੇ ਪਤੀ ਨੂੰ ਰੱਬ ਦਾ, ਪਰਮੇਸ਼ਰ ਦਾ ਰੂਪ ਸਮਝਦੀ ਹੈ। ਆਇਸ ਤਿਸ ਕੀ ਸਿਰ ਪਰ ਠਾਨੈ। ਅੱਜ ਤੱਕ ਇਸ ਇਸਤਰੀ ਨੇ ਆਪਣੇ ਪਤੀ ਦੀ ਆਗਿਆ ਨਹੀਂ ਮੋੜੀ ਜੀ, ਆਗਿਆ ਨਹੀਂ ਮੋੜੀ। ਜੋ ਇਹਦੇ ਪਤੀ ਨੇ ਇਹਨੂੰ ਹੁਕਮ ਕੀਤਾ ਇਹਨੇ ਮੰਨ ਲਿਆ। ਤੇ ਇੱਥੇ ਆਪਾਂ ਸਮਾਜ ਵਿੱਚ ਵੀ ਵੇਖਦੇ ਹਾਂ, ਪਤੀ ਦਾ ਸੁਭਾਅ ਕੱਬਾ ਹੋਵੇ ਜੀ ਤੇ ਪਤਨੀ ਸਤ ਵਚਨ ਹੀ ਕਰੀ ਜਾਵੇ, ਲੋਕ ਉਹਦੀ ਸੋਭਾ ਕਰਦੇ ਆ, ਕਹਿੰਦੇ ਬੀਬੀ ਬਹੁਤ ਚੰਗੀ ਹੈ, ਇਹਨੇ ਆਪਣਾ ਘਰ ਪਰਿਵਾਰ ਸਾਂਭ ਕੇ ਰੱਖਿਆ। ਕਿਉਂ? ਇੱਕ ਗੱਲ ਧਿਆਨ ਨਾਲ ਸੁਣਿਓ, ਸਿਆਣੇ ਕਹਿੰਦੇ ਆ, ਜਿੱਥੇ ਇਸਤਰੀ ਤੇ ਪੁਰਸ਼ ਦਾ ਜੋੜ ਨਹੀਂ ਨਾ ਹੈਗਾ ਜੀ, ਮਿਲਤ ਨਹੀਂ ਹੈਗੀ, ਆਪਸ ਵਿੱਚ ਪ੍ਰੇਮ ਨਹੀਂ ਹੈਗਾ ਜੀ, ਜਿੱਥੇ ਇਸਤਰੀ ਭਰਤੇ ਦਾ ਜੋੜ ਨਹੀਂ, ਉੱਥੇ ਹੋਰ ਨਰਕ ਦੀ ਲੋੜ ਨਹੀਂ। ਸਮਝੋ ਨਰਕ ਹੀ ਹੈ। ਇਸ ਬੀਬੀ ਦੀ ਸਿਫਤ ਮਹਾਰਾਜ ਦੱਸਦੇ, ਸਤਿਗੁਰੂ ਜੀ ਕਹਿਣ ਲੱਗੇ, ਇਹਨੇ ਅੱਜ ਤੱਕ ਆਪਣੇ ਪਤੀ ਦਾ ਹੁਕਮ ਮੋੜਿਆ ਹੀ ਨਹੀਂ ਹੈ ਜੀ। ਹਾਂਜੀ, ਨਹਿ ਪਰ ਪੁਰਸ਼ ਫੁਰੈ ਮਨ ਮਾਹੀ। ਇਹਦੇ ਵਿੱਚ ਪਰਾਏ ਪੁਰਸ਼ ਦੇ ਪ੍ਰਤੀ ਫੁਰਨਾ ਵੀ ਪੈਦਾ ਨਹੀਂ ਹੁੰਦਾ, ਮਹਾਰਾਜ ਕਹਿਣ ਲੱਗੇ। ਹਾਂਜੀ, ਸਦਾ ਪ੍ਰੇਮ ਨਿਜ ਪਤ ਕੇ ਮਾਹੀ। ਆਪਣੇ ਪਤੀ ਦੇ ਨਾਲ, ਉਹਦੇ ਹੁਕਮ ਨਾਲ ਇਹਦਾ ਪ੍ਰੇਮ ਹੈਗਾ। ਮਹਾਰਾਜ ਕਹਿਣ ਲੱਗੇ, ਪਤੀ ਵਰਤਾ ਹੋਣਾ ਬੜੀ ਵੱਡੀ ਗੱਲ ਹੈ। ਗੱਜ ਕੇ ਆਖੋ ਵਾਹਿਗੁਰੂ। ਪੁਰਸ਼ਾਂ ਦਾ ਵੀ ਆਪਣੀ ਪਤਨੀ ਪ੍ਰਤੀ ਇਮਾਨਦਾਰ ਹੋਣਾ ਬੜੀ ਵੱਡੀ ਗੱਲ ਹੈ। ਜਿਸ ਘਰ ਵਿੱਚ ਇਹੋ ਜਿਹਾ ਨਿਯਮ ਹੋਏਗਾ ਨਾ, ਉਸ ਘਰ ਵਿੱਚ ਸੁੱਖ ਵੀ ਹੋਏਗਾ, ਉਸ ਘਰ ਵਿੱਚ ਸ਼ਾਂਤੀ ਵੀ ਹੋਏਗੀ, ਉਸ ਘਰ ਵਿੱਚ ਵਾਹਿਗੁਰੂ ਜੀ ਦਾ ਨਾਮ ਵੀ ਹੋਏਗਾ ਜੀ। ਹਾਂਜੀ, ਰਿਦਮੈ ਧਿਆਨ ਗੁਰੂ ਕੋ ਧਾਰਤ। ਮਹਾਰਾਜ ਕਹਿੰਦੇ ਫਿਰ ਹੋਰ ਗੱਲ ਸੁਣੋ, ਜਿੱਥੇ ਇਹ ਆਪਣੇ ਪਤੀ ਦਾ ਹੁਕਮ ਨਹੀਂ ਮੋੜਦੀ, ਗੁਰੂ ਘਰ ਦੀ ਸੇਵਾ 'ਚ ਵੀ ਤਤਪਰ ਰਹਿੰਦੀ ਹੈ, ਉੱਥੇ ਇਸ ਬੀਬੀ ਵਿੱਚ ਵਿਸ਼ੇਸ਼ ਗੁਣ ਇਹ ਹੈ, ਆਪਣੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਧਿਆਉਂਦੀ ਰਹਿੰਦੀ ਹੈ, ਮਹਾਰਾਜ ਜੀ ਨੂੰ ਯਾਦ ਕਰਦੀ ਹੈ। ਹਾਂਜੀ, ਬਾਹਰ ਕਿਸ ਕੋ ਨਾਹੇ ਉਚਾਰਤ। ਬਾਹਰੋਂ ਨਹੀਂ ਕਿਸੇ ਨਾਲ ਗੱਲ ਕਰਦੀ। ਪਿਆਰਿਓ, ਜਿਹਦੇ ਅੰਦਰ ਹੀ ਗੁਰੂ ਗੁਰੂ ਚੱਲੇ, ਉਹਨੂੰ ਬਾਹਰੋਂ ਬੋਲਣ ਦੀ ਲੋੜ ਵੀ ਕੀ ਹੈਗੀ ਜੀ। ਤਿਹ ਸਿੱਖ ਨੇ ਗੁਰ ਸੇਵ ਬਤਾਈ। ਮਹਾਰਾਜ ਕਹਿਣ ਲੱਗੇ, ਸੁਣੋ, ਇਹਦੇ ਪਤੀ ਨੇ ਇਹਨੂੰ ਦੱਸਿਆ ਕਿ ਗੋਇੰਦਵਾਲ ਸਾਹਿਬ ਵਿੱਚ ਬੌਲੀ ਸਾਹਿਬ ਦੀ ਸੇਵਾ ਹੋ ਰਹੀ ਹੈ। ਹਾਂਜੀ, ਪਤ ਸੇਵਤ ਇਨ ਸ਼ਕਤੀ ਪਾਈ। ਤੇ ਪਤੀ ਦੀ ਸੇਵਾ ਕਰਦਿਆਂ ਕਰਦਿਆਂ, ਵਾਹਿਗੁਰੂ ਜੀ ਦਾ ਭਜਨ ਕਰਦਿਆਂ ਕਰਦਿਆਂ ਇਹਦੇ ਵਿੱਚ ਸ਼ਕਤੀ ਆ ਗਈ। ਮਹਾਰਾਜ ਕਹਿਣ ਲੱਗੇ, ਹਾਂਜੀ, ਨਿਜ ਇੱਛਾ ਗਾਮਨ ਭੀ ਐਸੇ, ਸਿੱਧਾਂ ਯੁਤ ਹੋਵਤ ਸਿੱਧ ਜੈਸੇ। ਜਿਵੇਂ ਸਿੱਧ ਆਪਣੀਆਂ ਸਿੱਧੀਆਂ ਦੇ ਨਾਲ ਬੜੀ ਛੇਤੀ ਦੂਰ ਦੂਰ ਥਾਵਾਂ ਤੇ ਵੀ ਛੇਤੀ ਪਹੁੰਚ ਜਾਂਦੇ ਆ, ਮਹਾਰਾਜ ਕਹਿੰਦੇ ਇਹ ਵੀ ਛੇਤੀ ਪਹੁੰਚ ਜਾਂਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਇਹ ਬਖਸ਼ਿਸ਼ ਵਰਤਦੀ ਹੈ, ਇਹ ਬਖਸ਼ਿਸ਼ ਵਰਤਦੀ ਹੈ ਜਦੋਂ ਕੋਈ ਆਪਣੇ ਧਰਮ 'ਚ ਵੀ ਪੱਕਾ ਹੋਵੇ ਤੇ ਜਪੇ ਪਰਮੇਸ਼ਰ ਦਾ ਨਾਮ। ਇਹ ਬਖਸ਼ਿਸ਼ ਵਰਤਦੀ ਹੈ। ਤੁਸੀਂ ਹਿਸਾਬ ਲਾਓ ਵੀ ਉਹ ਕਿਹੜਾ ਰਾਹ ਹੋਏਗਾ ਜਿਹਦੇ ਤੋਂ ਇਹ ਆਉਂਦੀ ਹੋਏਗੀ ਬੀਬੀ ਜੀ। ਹਾਂਜੀ,
ਆਏ ਭਰਾਤ ਕੋ ਸੇਵਾ ਕਮਾਵੇ। ਆਏ ਭਰਾਤ ਕੋ ਸੇਵ ਕਮਾਵੇ, ਤੜਕੇ ਆ ਜਾਂਦੀ ਹੈ, ਆ ਕੇ ਬੜੇ ਪ੍ਰੇਮ ਨਾਲ ਸੇਵਾ ਕਰਦੀ ਹੈ। ਹੋਤ ਸਾਂਝ ਕਾਬਲ ਘਰ ਜਾਵੇ। ਜਦੋਂ ਸ਼ਾਮ ਪੈਂਦੀ ਹੈ, ਮਹਾਰਾਜ ਕਹਿੰਦੇ ਮੁੜ ਕਾਬਲ ਹੀ ਜਾਂਦੀ ਹੈ, ਮੁੜ ਕਾਬਲ ਪਹੁੰਚਦੀ ਹੈ। ਸੁਤ ਕੋ ਪਲਨਾ ਪਰ ਪੌਢਾਵੈ। ਇਹਦਾ ਪੁੱਤਰ ਛੋਟਾ, ਉਹਨੂੰ ਮਹਾਰਾਜ ਕਹਿੰਦੇ ਪੰਗੂੜੇ ਦੇ ਵਿੱਚ ਪਾ ਕੇ ਆਉਂਦੀ ਹੈ। ਹਾਂਜੀ, ਨਿਜ ਸ਼ਕਤੀ ਕਰ ਤਿਸੈ ਝੁਲਾਵੈ। ਜਦੋਂ ਉਹ ਪੁੱਤਰ ਜਾਗਣ ਲੱਗਦਾ, ਇਹ ਆਪਣੀ ਸ਼ਕਤੀ ਨਾਲ ਇੱਥੋਂ ਹੀ ਉਹਨੂੰ ਝੂਟਾ ਦੇ ਦਿੰਦੀ ਹੈ। ਮਹਾਰਾਜ ਕਹਿਣ ਲੱਗੇ ਪਲੰਗਾ ਇੱਥੋਂ ਹੀ ਹਿਲਾ ਦਿੰਦੀ ਉਹਦਾ ਪੰਗੂੜਾ। ਹਾਂਜੀ, ਕਾਬਲ ਤੇ ਜਬ ਚਲਬੇ ਲੱਗ ਹੈ, ਪਲਨੇ ਪਰ ਨਿਜ ਸੁਤ ਕੋ ਤਿਆਗ ਹੈ। ਜਦੋਂ ਇਹ ਕਾਬਲ ਤੋਂ ਤੁਰਨ ਲੱਗਦੀ ਹੈ ਨਾ, ਪੰਗੂੜੇ ਦੇ ਵਿੱਚ ਆਪਣੇ ਪੁੱਤਰ ਨੂੰ ਪਾ ਆਉਂਦੀ ਹੈ। ਮਹਾਰਾਜ ਕਹਿੰਦੇ ਗੱਜ ਕੇ ਆਖੋ ਵਾਹਿਗੁਰੂ। ਕਿੰਨਾ ਉਹਦਾ ਗੁਰੂ ਘਰ ਦੀ ਸੇਵਾ ਨਾਲ ਪ੍ਰੇਮ ਹੋਏਗਾ ਜੀ। ਛੋਟੇ ਜਿਹੇ ਬੱਚੇ ਨਾਲੋਂ ਮੋਹ ਤੋੜਨਾ ਕੋਈ ਛੋਟੀ ਬਾਤ ਨਹੀਂ ਹੈ। ਹਾਂਜੀ, ਬਾਪੀ ਕਾਰ ਕਰੈ ਤਿਸ ਜਨ ਹੈ, ਹਾਥ ਪਸਾਰ ਝੁਲਾਵਨ ਠਨ ਹੈ। ਬਾਪੀ ਕਾਰ ਕਰਹਿ ਤਿਸ ਜਨ ਹੈ, ਸੇਵਾ ਕਰਦੀ ਰਹਿੰਦੀ ਹੈ। ਜਦੋਂ ਇਹਦਾ ਬੱਚਾ ਕਾਬਲ ਚ ਰੋ ਰਿਹਾ ਹੁੰਦਾ, ਮਹਾਰਾਜ ਕਹਿੰਦੇ ਇਹਨੂੰ ਪਤਾ ਲੱਗ ਜਾਂਦਾ, ਇਹ ਜਾਣ ਜਾਂਦੀ ਹੈ। ਤੇ ਜਿਹੜਾ ਤੁਸੀਂ ਕਹਿੰਦੇ ਨਾ ਹੱਥ ਪਸਾਰਦੀ ਹੈ ਤੇ ਸੰਕੋਚ ਲੈਂਦੀ ਹੈ, ਇਹ ਅਸਲ ਵਿੱਚ ਹੱਥ ਪਸਾਰ ਕੇ ਤੇ ਪੰਗੂੜਾ ਹਿਲਾਉਂਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਕਰਤੀ ਕਾਰ ਪਸਾਰੈ ਕਰ ਕੋ, ਸ਼ਕਤ ਸਮੇਤ ਝੁਲਾਵਨ ਕਰ ਕੋ। ਮਹਾਰਾਜ ਕਹਿੰਦੇ ਸ਼ਕਤੀ ਹੈ, ਇਹਦੇ ਕੋ ਸ਼ਕਤੀ ਆ ਗਈ ਹੈ। ਵੇਖ ਲੋ ਪਤੀ ਵਰਤਾ ਧਰਮ ਚ ਵੀ ਪੂਰੀ, ਗੁਰੂ ਘਰ ਦੀ ਸੇਵਾ ਵੀ ਕਰ ਰਹੀ ਹੈ ਤੇ ਪੁੱਤਰ ਨੂੰ ਵੀ ਸਾਂਭੀ ਜਾ ਰਹੀ ਸੀ। ਇੱਕੋ ਸਮੇਂ ਕਿੰਨੇ ਲਾਭ ਮਿਲ ਰਹੇ ਜੀ। ਹਾਂਜੀ, ਇਸ ਥਲ ਤੇ ਨਿਜ ਪੁੱਤਰ ਲਡਾਵੈ, ਸਹਿਤ ਪ੍ਰੇਮ ਕੇ ਕਾਰ ਕਮਾਵੈ। ਮਹਾਰਾਜ ਕਹਿਣ ਲੱਗੇ ਆਪਣੇ ਪੁੱਤਰ ਨੂੰ ਲਾਡ ਵੀ ਲਦਾਉਂਦੀ ਰਹਿੰਦੀ ਹੈ, ਸੇਵਾ ਵੀ ਕਰਦੀ ਰਹਿੰਦੀ ਹੈ। ਹੁਣ ਮੇਰੀਆਂ ਮਾਵਾਂ ਭੈਣਾਂ ਬੈਠੀਆਂ ਨੇ, ਕਈ ਵਾਰੀ ਜਦੋਂ ਸੰਗਤ ਵਿੱਚ ਨਾਮ ਜਪਣ ਦਾ ਉਪਦੇਸ਼ ਦਿੱਤਾ ਜਾ ਰਿਹਾ ਹੁੰਦਾ ਤਾਂ ਇਉਂ ਲੱਗਦਾ ਵੀ ਪੁਰਸ਼ਾਂ ਵਾਸਤੇ ਹੀ ਹੈ। ਨਹੀਂ ਸੰਗਤ ਜੀ, ਸਿੱਖ ਧਰਮ ਦੇ ਵਿੱਚ ਸਤਿਕਾਰਯੋਗ ਮਾਵਾਂ ਭੈਣਾਂ ਬੀਬੀਆਂ ਬਹੁਤ ਉੱਚੇ ਜੀਵਨ ਵਾਲੀਆਂ ਹੋਈਆਂ ਤੇ ਬ੍ਰਹਮ ਗਿਆਨੀ ਹੋਈਆਂ ਨੇ ਜੀ। ਬੜੀਆਂ ਬੜੀਆਂ ਕਮਾਈਆਂ ਜੀ, ਬੜੀ ਬੜੀ ਕਮਾਈ ਹੁੰਦੀ ਹੈ ਜੀ ਇਹਨਾਂ ਦੀ। ਨਿਸਮਹਿ ਘਰ ਕੋ ਜਾਏ ਸੰਭਾਰੈ। ਰਾਤ ਨੂੰ ਜਾ ਕੇ ਘਰ ਨੂੰ ਸਾਂਭਦੀ ਹੈ। ਮਹਾਰਾਜ ਕਹਿਣ ਲੱਗੇ ਸੁਤ ਪਤ ਸਿਉ ਮਿਲ ਆਨੰਦ ਧਾਰੈ। ਆਪਣੇ ਪੁੱਤਰ ਨੂੰ ਮਿਲਦੀ ਹੈ, ਪਤੀ ਨੂੰ ਮਿਲਦੀ ਹੈ, ਉਹਨਾਂ ਦੀ ਸੇਵਾ 'ਚ ਲੱਗਦੀ ਹੈ। ਪਤ ਬ੍ਰਤ ਸਮਨਹਿ ਧਰਮ ਔਰ ਤ੍ਰਿਐ, ਜਿਸ ਤੇ ਮਹਾ ਸ਼ਕਤ ਧਾਰਤ ਹੀ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੋਰ ਪ੍ਰੇਮ ਨਾਲ ਕਹੋ ਵਾਹਿਗੁਰੂ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਭਾਈ ਪਿਆਰਿਓ, ਪਤ ਬ੍ਰਤ ਸਮਨਹਿ ਧਰਮ ਔਰ ਤ੍ਰਿਐ। ਇਸਤਰੀ ਵਾਸਤੇ ਸਭ ਤੋਂ ਪਹਿਲਾ ਜਿਹੜਾ ਉਹਦਾ ਧਰਮ ਹੈ ਨਾ, ਉਹ ਪਤੀ ਵਰਤਾ ਧਰਮ 'ਚ ਪੂਰਾ ਰਹਿਣਾ ਹੈ ਜੀ। ਆਪਣੇ ਪਤੀ ਦਾ ਹੁਕਮ ਨਾ ਮੋੜੇ ਜੀ, ਆਪਣੇ ਪਤੀ ਨੂੰ ਪਰਮੇਸ਼ਰ ਦਾ ਰੂਪ ਜਾਣੇ, ਆਪਣੇ ਪਤੀ ਦਾ ਸਤਿਕਾਰ ਕਰੇ। ਤੇ ਮੈਂ ਸੱਚ ਦੱਸ ਰਿਹਾ, ਇਹੋ ਜਿਹੀਆਂ ਵੀ ਬੀਬੀਆਂ ਹੈ ਜਿਹੜੀਆਂ ਆਪਣੇ ਘਰ ਵਾਲੇ ਦਾ ਨਾਮ ਲੈ ਕੇ ਸੱਦਦੀਆਂ ਜੀ, ਪੁਰਾਣੀਆਂ ਬੀਬੀਆਂ ਨਹੀਂ ਸੱਦਦੀਆਂ ਜੀ। ਕਈ ਤੇ ਨਾਮ ਤੋਂ ਵੀ ਅੱਗੇ ਟੱਪ ਜਾਂਦੀਆਂ। ਗੁਰਮੁਖ ਇੱਕ ਬੀਬੀ ਦੇ ਘਰ ਗਏ ਤੇ ਬੀਬੀ ਆਵਾਜ਼ ਮਾਰਦੀ, ਬਾਗਿਆ ਬਾਹਰ ਆ, ਬਾਬਾ ਜੀ ਆਏ ਹੈ। ਉਹਨਾਂ ਸੋਚਿਆ ਵੀ ਬਾਗਾ ਕਿਸੇ ਭਈਏ ਦਾ ਨਾਮ ਹੋਣਾ, ਤੇ ਭਈਆ ਨਾ ਨਿਕਲਿਆ, ਉਹਦਾ ਘਰ ਵਾਲਾ ਸੀਗਾ ਜੀ। ਉਹ ਕਹਿੰਦੇ ਬੀਬੀ
ਤੇਰੇ ਸੁਰਾਂ ਤੋਂ ਮੈਂ ਕੁਰਬਾਨ ਜਾਵਾਂ, ਜਿੱਡੇ ਸੋਹਣੇ ਤਰੀਕੇ ਨਾਲ ਤੂੰ ਬੋਲ ਰਹੀ ਹੈ। ਕਲੇਸ਼ ਵੀ ਤਾਈਓਂ ਵੱਧਦੇ ਜੀ, ਜਦੋਂ ਪਰਿਵਾਰ ਵਿੱਚ ਇੱਕ ਦੂਜੇ ਦਾ ਸਤਿਕਾਰ ਨਹੀਂ ਕਰਨਾ, ਕਲੇਸ਼ ਵੱਧ ਜਾਣੇ। ਗੁਰੂ ਘਰ ਕੇਵਲ ਨਾਮ ਜਪਣ ਦੀ ਪ੍ਰੇਰਣਾ ਨਹੀਂ ਦਿੰਦਾ, ਗੁਰੂ ਘਰ ਵਿੱਚ ਇਹ ਵੀ ਪ੍ਰੇਰਣਾ ਹੈ ਵੀ ਪਰਿਵਾਰ ਵਿੱਚ ਕਿਵੇਂ ਰਹਿਣਾ ਹੈ। ਇਸਤਰੀ ਦਾ ਪਹਿਲਾ ਧਰਮ ਹੈ ਉਹ ਆਪਣੇ ਪਤੀ ਵਰਤਾ ਧਰਮ 'ਚ ਪੱਕੀ ਰਵੇ, ਜਿਹਦੇ ਕਰਕੇ ਉਹਦੇ ਵਿੱਚ ਬਰਕਤਾਂ ਆ ਜਾਂਦੀਆਂ ਨੇ, ਵੱਡੀਆਂ ਵੱਡੀਆਂ ਸ਼ਕਤੀਆਂ ਉਸ ਇਸਤਰੀ ਦੇ ਵਿੱਚ ਆ ਜਾਂਦੀਆਂ ਜੀ। ਹਾਂਜੀ। ਪਤ ਵਰਤਾ ਪੂਰਬ ਭੀਦਾਰਾ, ਜਿਨ ਕੀਨਸ 10 ਦਿਨ ਅੰਧਿਆਰਾ। ਗੱਜ ਕੇ ਆਖੋ ਵਾਹਿਗੁਰੂ। ਪਤੀ ਵਰਤਾ ਧਰਮ ਬਾਰੇ ਫਿਰ ਮਹਾਰਾਜ ਦੱਸਦੇ। ਮਹਾਰਾਜ ਕਹਿੰਦੇ ਪਤੀ ਵਰਤਾ ਧਰਮ ਵਿੱਚ ਪੱਕੀ ਇਸਤਰੀ ਪਹਿਲਾਂ ਵੀ ਹੋਈ ਹੈ, ਜਿਹਨੇ 10 ਦਿਨ ਹਨੇਰਾ ਹੀ ਕਰ ਛੱਡਿਆ ਸੀਗਾ ਜੀ। ਉਹਦਾ ਤਪ ਸੀਗਾ ਜੀ, ਉਹਦਾ ਪ੍ਰਭਾਵ ਸੀਗਾ ਜੀ। 10 ਦਿਨ ਸੂਰਜ ਨਹੀਂ ਸੀ ਚੜ੍ਹਨ ਦਿੱਤਾ ਉਹਨੇ। ਹਾਂਜੀ। ਸੁਨ ਸੰਗਤ ਨੇ ਬੂਝੀ ਕਥਾ, ਸ਼੍ਰੀ ਗੁਰ ਪਨਹੁ ਪ੍ਰਥਮ ਭਈ ਜਥਾ। ਤੇ ਸੰਗਤ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਲੱਗੀ, ਮਹਾਰਾਜ ਉਹ ਕਿਹੜੀ ਇਸਤਰੀ ਹੈ? ਤੁਸੀਂ ਵੀ ਸੋਚਦੇ ਹੋਵੋਗੇ ਵੀ ਕਿਹੜੀ ਇਸਤਰੀ ਜਿਹਨੇ 10 ਦਿਨ ਸੂਰਜ ਹੀ ਨਹੀਂ ਚੜ੍ਹਨ ਦਿੱਤਾ। ਸੰਗਤ ਪੁੱਛਦੀ ਮਹਾਰਾਜ ਨੂੰ। ਸੁਨ ਸ਼੍ਰੀ ਅਮਰਦਾਸ ਤਬ ਕਹਿਓ, ਕਹੋ ਪ੍ਰੇਮ ਨਾਲ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿੰਦੇ ਫਿਰ ਸੁਣੋ, ਪਤੀ ਵਰਤਾ ਧਰਮ ਵਿੱਚ ਪੱਕੀ ਇਸਤਰੀ ਜਿਹੜੀ ਆ ਨਾ, ਉਹਦੇ ਬਾਰੇ ਸੁਣੋ। ਤੇ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ, ਜਿੰਨੀਆਂ ਬੀਬੀਆਂ ਕਥਾ ਸੁਣ ਰਹੀਆਂ, ਇਹ ਤਾਂ ਨਾ ਲੜਿਆ ਕਰਨ ਆਪਣੇ ਘਰ ਵਾਲਿਆਂ ਨਾਲ ਜੀ, ਇਹ ਨਾ ਜੰਗ ਕਰਿਆ ਕਰਨ। ਹਾਂਜੀ। ਇਹ ਸੁੱਖ ਸ਼ਾਂਤੀ ਵਰਤਾਇਆ ਕਰੋ। ਵੇਖੋ ਨਾ ਕਥਾ ਕਿਹੋ ਜਿਹੀ ਆ ਰਹੀ ਹੈ। ਮਹਾਰਾਜ ਕਹਿੰਦੇ ਫਿਰ ਸੁਣੋ। ਹਾਂਜੀ। ਇੱਕ ਮਨ ਮੰਡਪ ਤਪ ਕਰ ਰਹਿਓ, ਜੰਗਲ ਵਿੱਚ ਇੱਕ ਜਪੀ ਤਪੀ ਪੁਰਸ਼ ਤਪ ਕਰ ਰਿਹਾ ਸੀ। ਹਾਂਜੀ। ਤਸਕਰ ਨ੍ਰਿਪ ਕੀ ਕਰੀ ਸਤੇਈ, ਚੋਰਾਂ ਨੇ ਮਿਲ ਕੇ ਰਾਜੇ ਦੇ ਮਹਿਲਾਂ ਵਿੱਚ ਉਹਨਾਂ ਦਿਨਾਂ ਵਿੱਚ ਚੋਰੀ ਕੀਤੀ ਸੀਗੀ ਜੀ। ਚੱਲੇ ਜਾਤ ਰਿਖ ਦੇਖਹਿ ਤੇਈ। ਹਾਂਜੀ। ਏਕ ਹਾਥ ਏਕ ਹਾਰ ਬਹੁ ਮੋਲ ਹੁਤੋ ਜਿਹੇ, ਰਿਖ ਕੋ ਜਾਨ ਅਰਪ ਤਿਨ ਦੇਹ ਤੇਹ। ਗੱਜ ਕੇ ਆਖੋ। ਚੋਰਾਂ ਨੇ ਮਿਲ ਕੇ ਰਾਜੇ ਦੇ ਮਹਿਲ 'ਚ ਚੋਰੀ ਕੀਤੀ ਜੀ। ਉਹ ਚੋਰੀ ਦਾ ਮਾਲ ਲੈ ਕੇ ਜਾ ਰਹੇ ਸਨ। ਉਹਨਾਂ ਰਸਤੇ ਵਿੱਚ ਰਿਸ਼ੀ ਨੂੰ ਉਸੇ ਨੂੰ ਤਪ ਕਰਦਿਆਂ ਵੇਖਿਆ ਜੀ। ਤੇ ਉਹਨਾਂ ਸੋਚਿਆ ਵੀ ਰਿਸ਼ੀ ਹੈ, ਤਪ ਕਰਨ ਦੇ, ਚਲੋ ਇਹਨੂੰ ਵੀ ਕੁਝ ਦੇ ਦਈਏ। ਉਸ ਮਾਂਡਵ ਨੂੰ, ਭਾਵ ਰਿਸ਼ੀ ਨੂੰ, ਉਹਨੇ ਹਾਰ ਦੇ ਦਿੱਤਾ ਜੀ। ਚੋਰਾਂ ਨੇ ਇੱਕ ਹਾਰ ਦੇ ਦਿੱਤਾ ਜੀ। ਹਾਂਜੀ। ਤਸਕਰ ਗਏ ਆਪਣੇ ਸਦਨ, ਬੈਠਿਓ ਮੁਨੀ ਸਮਾਧਿ ਮਗਨ। ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਰਿਸ਼ੀ ਸਮਾਧੀ 'ਚ ਬੈਠਾ ਸੀਗਾ, ਚੋਰ ਹਾਰ ਰੱਖ ਕੇ ਚਲੇ ਗਏ ਜੀ। ਹਾਂਜੀ। ਇਤਨੇ ਮਹਿ ਨ੍ਰਿਪ ਕੇ ਭਟ ਆਏ, ਇੰਨੇ ਚਿਰ ਨੂੰ ਰਾਜੇ ਦੇ ਬੰਦੇ ਆ ਗਏ ਜਿਹੜੇ ਚੋਰ ਲੱਭ ਰਹੇ ਸਨ ਜੀ। ਹਾਂਜੀ। ਦੇਖ ਹਾਰ ਮੁਨ ਗਹਿਓ ਉਠਾਏ। ਉਹਨਾਂ ਵੇਖਿਆ ਵੀ ਹਾਰ ਤੇ ਰਿਸ਼ੀ ਦੇ ਅੱਗੇ ਪਿਆ। ਤੇ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਵੀ ਉਹਨਾਂ ਚੋਰਾਂ ਨੇ ਰਿਸ਼ੀ ਨੂੰ ਫੜ ਲਿਆ ਜੀ। ਹਾਂਜੀ। ਕਹਿ ਬਹੁ ਰਹਿਓ ਨਾ ਮਾਨੀ ਕਾਹੂ। ਉਸ ਰਿਸ਼ੀ ਨੇ ਬਹੁਤ ਕਿਹਾ ਵੀ ਮੈਂ ਨਹੀਂ ਚੁੱਕਿਆ, ਮੈਨੂੰ ਤੇ ਪਤਾ ਹੀ ਨਹੀਂ ਕਿੱਥੋਂ ਆਇਆ। ਤੇ ਉਹ ਸਿਪਾਹੀ ਕਹਿਣ ਲੱਗੇ ਵੀ ਦੱਸਨੇ ਤੈਨੂੰ ਕਿਵੇਂ ਨਹੀਂ ਪਤਾ ਵੀ ਕਿੱਥੋਂ ਆਇਆ, ਤੇਰੇ ਅੱਗੇ ਪਿਆ। ਉਹਨਾਂ ਮੰਨੀ ਨਹੀਂ ਜੀ ਉਹਦੀ ਗੱਲ। ਹਾਂਜੀ। ਤਸਕਰ ਲਖ ਸੂਲੀ ਦੇਤਾ ਹੂੰ। ਗੱਜ ਕੇ ਆਖੋ ਵਾਹਿਗੁਰੂ। ਚੋਰ ਉਸ ਰਿਸ਼ੀ ਨੂੰ ਮੰਨ ਕੇ ਨਾ, ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਉਸ ਰਿਸ਼ੀ ਨੂੰ ਸੂਲੀ ਤੇ ਚਾੜ ਦਿੱਤਾ ਜੀ। ਗੱਜ ਕੇ ਆਖੋ। ਹੁਣ ਉਹਨੇ ਚੋਰੀ ਤੇ ਨਹੀਂ ਸੀ ਕੀਤੀ ਜੀ, ਉਹ ਤੇ ਜਪ ਤਪ ਹੀ ਕਰ ਰਿਹਾ ਸੀ। ਹਾਂਜੀ। ਤਪ ਕੇ ਬਲ ਕਰ ਮਰਿਓ ਸੋ ਨਾ
ਤਪ ਕੇ ਬਲ ਕਰ ਮਰਿਓ ਨਾ ਸੁਵਊ। ਹਾਂਜੀ। ਧਰਮ ਰਾਏ ਸੋ ਕ੍ਰੋਧਤ ਹੋਊ। ਪਰ ਉਹ ਜਪ ਤਪ ਕਰ ਰਿਹਾ ਸੀ ਤੇ ਸੱਚਾ ਸੀਗਾ ਜੀ। ਸੂਲੀ ਤੇ ਚਾੜ ਕੇ ਚਲੇ ਗਏ, ਪਰ ਜਿਹਦਾ ਜਪ ਤਪ ਹੋਵੇ ਤੇ ਜਿਹੜਾ ਸੱਚਾ ਹੋਵੇ ਉਹ ਇੰਨੀ ਛੇਤੀ ਨਹੀਂ ਮਰਦਾ ਹੁੰਦਾ ਜੀ। ਉਹ ਮਰਿਆ ਹੀ ਨਾ ਜੀ, ਮਰਿਆ ਨਾ ਜੀ। ਤੇ ਉਧਰ ਹਾਹਾਕਾਰ ਮਚ ਗਈ ਜੀ ਧਰਮਰਾਏ ਦੀ ਦੁਨੀਆ ਵਿੱਚ। ਉਹ ਧਰਮਰਾਏ ਤੇ ਕ੍ਰੋਧਤ ਹੋਵੇ ਜੀ। ਹਾਂਜੀ। ਇਹੋ ਨਿਆਏ ਕਰਿਓ ਮਤ ਮੰਦ। ਹਾਂਜੀ। ਤੁਝ ਕੋ ਦੇਹੋਂ ਸਰਾਪ ਬਿਲੰਦ। ਧਰਮ ਰਾਜੇ ਦੇ ਬੰਦੇ ਆਏ ਉਹਨੂੰ ਲੈਣ ਵਾਸਤੇ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ, ਮੈਂ ਵਾਹਿਗੁਰੂ ਉਹ ਰਿਸ਼ੀ ਕਹਿੰਦਾ ਮੈਂ ਤੁਹਾਡੇ ਧਰਮਰਾਜ ਨੂੰ ਸਰਾਪ ਦੇਣਾ, ਜਿੰਨੇ ਅਨਿਆਂ ਕੀਤਾ ਜੇ ਤੇ ਮੇਰੇ ਮਰਨ ਦਾ ਸਮਾਂ ਹੀ ਨਹੀਂ ਹੈਗਾ। ਮੈਂ ਕਿਹੜਾ ਹਾਰ ਚੋਰੀ ਕੀਤਾ ਕਹਿੰਦਾ। ਹਾਂਜੀ। ਸਗਰੀ ਆਰਬਲਾ ਤਨ ਤਾਇਓ। ਮੈਂ ਸਾਰੀ ਉਮਰ ਤਪ ਕੀਤਾ। ਹਾਂਜੀ। ਬਿਨ ਅਗ ਸੂਲੀ ਮੋਹੇ ਚੜਾਇਓ। ਬਿਨਾਂ ਕਿਸੇ ਕੰਮ ਤੋਂ ਜਿਹੜਾ ਪਾਪ ਮੈਂ ਕੀਤਾ ਹੀ ਨਹੀਂ ਚੋਰੀ ਦਾ, ਉਹਦੇ ਨਾਮ ਤੇ ਮੈਨੂੰ ਸੂਲੀ ਤੇ ਚਾੜ ਦੇਣ ਲੱਗੇ ਐ। ਹਾਂਜੀ। ਜਮ ਤਬ ਆਏ ਮੁਨੀ ਸੋ ਕਹਿਓ। ਪੂਰਬ ਕਰਮ ਕੇਰ ਫਲ ਲਹਿਓ। ਗੱਜ ਕੇ ਆਖੋ ਵਾਹ। ਧਰਮ ਰਾਜਾ ਆਪ ਆਇਆ ਜੀ। ਉਹ ਕਿਸੇ ਨੂੰ ਹੁਕਮ ਨਾ ਕਰੇ, ਸਰੀਰ ਦੇ ਨੇੜੇ ਨਾ ਆਉਣ ਦੇਵੇ ਧਰਮ ਰਾਜੇ ਦੇ ਬੰਦੇ ਨੂੰ। ਤੇ ਧਰਮ ਰਾਜਾ ਵੀ ਬੰਦਗੀ ਕਰਨ ਵਾਲਿਆਂ ਤੋਂ ਡਰਦਾ ਹੈ, ਸਤਿਕਾਰ ਕਰਦਾ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਨਾਨਕ ਧਰਮ ਐਸੇ ਚਵਹਿ ਕੀਤੋਂ ਨ ਭਵਨ ਪੁਨੀਤ। ਧਰਮ ਰਾਜਾ ਉਸ ਮੁਨੀ ਨੂੰ ਆ ਕੇ ਕਹਿਣ ਲੱਗਾ ਕਿ ਮੁਨੀਵਰ, ਇਸ ਜਨਮ ਦਾ ਨਹੀਂ ਪਾਪ ਹੈਗਾ, ਇਹ ਤੁਹਾਡੇ ਪਿਛਲੇ ਜਨਮਾਂ ਦਾ ਪਾਪ ਹੈਗਾ। ਇਸੇ ਕਰਕੇ ਮਹਾਰਾਜ ਦੀ ਬਾਣੀ ਕਹਿੰਦੀ, ਬੰਦਿਆ ਪਾਪ ਤੋਂ ਡਰ, ਪਾਪ ਨਾ ਕਰ। ਡਰ ਅਚੇਤ ਪਾਪ ਤੇ ਡਰ ਰੇ। ਆਰਬਲਾ ਬਾਲਕ ਮਹਿ ਧਰੀ। ਜਦੋਂ ਤੁਸੀਂ ਛੋਟੀ ਜੀ ਉਮਰ ਵਿੱਚ ਸੀ ਨਾ, ਪਿਛਲੇ ਜਨਮ 'ਚ, ਸੂਲ ਸੰਗ ਭ੍ਰਿੜ ਬੇਦਨ ਕਰੀ। ਤੁਸੀਂ ਇੱਕ ਸੂਲ ਦੇ ਨਾਲ ਇੱਕ ਟਿੱਡੇ ਨੂੰ ਵਿੰਨ ਦਿੱਤਾ ਸੀਗਾ। ਟਿੱਡਾ ਵੇਖਿਆ ਤੁਸੀਂ? ਟਿੱਡੇ ਨੂੰ ਇੱਕ ਸੂਲ ਮਾਰ ਕੇ ਉਹਨੂੰ ਮਾਰਤਾ, ਵਿੰਨ ਦਿੱਤਾ ਸੀ। ਹਾਂ। ਤਿਸ ਤੇ ਸੂਲੀ ਤੋ ਕੋ ਹੋਈ। ਉਹ ਹੁਣ ਸੂਲੀ ਦੀ ਸਜ਼ਾ ਤੁਹਾਨੂੰ ਮਿਲੀ ਹੈ। ਹਾਂਜੀ। ਸੁਨ ਮਨ ਬੋਲਿਓ ਨਿਆਏ ਨਾ ਕੋਈ। ਮਹਾਰਾਜ ਕਥਾ ਸੁਣਾ ਰਹੇ ਹੈ। ਉਹ ਮੁਨੀ ਕਹਿੰਦਾ ਇਹ ਕੋਈ ਨਿਆਂ ਹੈ ਕਹਿਣ ਲੱਗਾ। ਹਾਂਜੀ। ਬਾਲਕ ਬਾਏ ਸੁਧ ਬਿਨ ਜਬਰ ਹੈ। ਬਾਲਕ ਹੁੰਦੇ ਆ ਤੇ ਪਤਾ ਹੀ ਨਹੀਂ ਹੁੰਦਾ ਬੰਦੇ ਨੂੰ ਮੈਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ। ਕਰ ਹੈ ਕਰਮ ਕਿਮਤਿਹ ਫਲ ਹੈ। ਉਦੋਂ ਦਾ ਕਰਮ ਕੀਤਾ ਉਹਦਾ ਫਲ ਦੇਣਾ, ਇਹ ਤੇ ਕੋਈ ਨਿਆਂ ਨਹੀਂ ਹੈਗਾ ਕਹਿਣ ਲੱਗਾ। ਕਰਹੋ ਮਰਜਾਦ ਆਜ ਤੇ ਐਸੀ। ਅੱਜ ਤੋਂ ਮਰਿਆਦਾ ਬਦਲ ਦਿਓ ਕਹਿਣ ਲੱਗਾ। ਹਾਂਜੀ। ਧਰਮ ਰਾਏ ਮੈਂ ਭਾਖੋਂ ਜੈਸੀ। ਧਰਮਰਾਜ ਜਿਵੇਂ ਮੈਂ ਕਹਿ ਰਿਹਾ ਉਵੇਂ ਮਰਿਆਦਾ ਬਣਾ ਦੇ। ਹੁਣ ਉਹ ਜਪੀ ਤਪੀ ਸੀ ਨਾ ਜੀ। ਹਾਂਜੀ। ਬਾਲਕ ਬਾਏ ਹੋਏ ਨਾ ਸੁਧ ਮਾਹੀ। ਹਾਂਜੀ। ਕਰ ਹੈ ਕਰਮ ਫਲ ਪਾਏ ਸੋ ਨਾਹੀ। ਉਹ ਕੀ ਹੈ, ਜਦੋਂ ਬੱਚਾ ਛੋਟਾ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ। ਇਸ ਕਰਕੇ ਉਦੋਂ ਕੋਈ ਮਾੜਾ ਕੰਮ ਹੋ ਜੇ ਉਹਦਾ ਫਲ ਨਹੀਂ ਦੇਣਾ ਕਿਸੇ ਨੂੰ। ਕਹਿੰਦਾ ਨਿਆਂ ਬਣਾ ਦੇ, ਦਬਕਾ ਮਾਰਿਆ ਜੀ ਉਹਨੇ। ਹਾਂਜੀ। ਸੁਨ ਮਾਂਡਵ ਸੂਲੀ ਪਰ ਰਹਿਓ। ਏਕ ਪਤ ਬਰਤਾ ਤਾਹੇ ਨਾ ਲਹਿਓ। ਹਾਂਜੀ। ਪਿੰਗਲ ਪਤ ਸੋ ਸੀਸ ਉਠਾਏ। ਚਲਤਿਓ ਸੂਲੀ ਸੰਗ ਲਗਾਏ। ਅੱਗੋਂ ਫਿਰ ਜਿਹੜੀ ਕਥਾ ਹੈ ਗੁਰੂ ਸਾਹਿਬ ਸੁਣਾ ਰਹੇ ਹੈ, ਉਹ ਬੜੇ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਉਹ ਸਾਧ ਸੰਗਤ ਜੀ, ਮਾਂਡਵ ਮੁਨੀ ਜਿਹੜਾ ਸੀ ਨਾ, ਸੂਲੀ ਉੱਤੇ ਚੜਿਆ ਹੋਇਆ ਸੀ। ਮੁਨ ਮਾਂਡਵ ਸੂਲੀ ਪਰ ਰਹਿਓ। ਸੂਲੀ ਤੇ ਸੀ, ਉੱਥੇ ਹੀ ਗੱਲਾਂ ਕਰ ਰਿਹਾ ਸੀ, ਪ੍ਰਾਣ ਨਹੀਂ ਸੀ ਨਿਕਲਦੇ। ਇੱਕ ਪਰਤ ਵਰਤਾ ਤਾਹੇ ਨਾ ਲਹਿਓ। ਕਹਿੰਦੇ ਉੱਥੇ ਇੱਕ ਵੀ ਪਤੀ ਵਰਤਾ ਇਸਤਰੀ ਨਹੀਂ ਸੀਗੀ। ਗੱਜ ਕੇ ਆਖੋ ਵਾਹਿਗੁਰੂ।
ਤੇ ਉਹਨੇ ਵੀ ਆਪਣੇ ਜੀਵਨ 'ਚ ਨਹੀਂ ਸੀ ਵੇਖੀ ਕੋਈ। ਹਾਂਜੀ। ਪਿੰਗਲ ਪਤ ਸੋ ਸੀਸ ਉਠਾਏ, ਚਲਤਿਓ ਸੂਲੀ ਸੰਗ ਲਗਾਏ। ਗੱਜ ਕੇ ਆਖੋ ਵਾਹਿਗੁਰੂ। ਉਹ ਅਚਾਨਕ ਹੀ ਇੱਕ ਇਸਤਰੀ ਆਪਣੇ ਪਿੰਗਲੇ ਪਤੀ ਨੂੰ ਲੈ ਕੇ ਚੁੱਕ ਕੇ ਲੈ ਕੇ ਜਾ ਰਹੀ ਸੀ। ਚਲਦਿਆਂ ਚਲਦਿਆਂ ਸਿਰ ਤੇ ਚੁੱਕਿਆ ਹੋਇਆ ਸੀਗਾ, ਪਤੀ ਵਰਤਾ ਇਸਤਰੀ ਸੀ, ਉਹਦਾ ਪਤੀ ਜਿਹੜਾ ਉਹ ਸੂਲੀ ਨੂੰ ਜਾ ਵੱਜਾ ਜੀ, ਸਪੋਰਟ ਮਿਲ ਗਈ ਜੀ ਉਹਨੂੰ। ਹਾਂਜੀ। ਹੁਤੋ ਤਿਮਰ ਨਹਿ ਦੇਖਿਓ ਗਇਓ। ਉਹ ਉੱਥੇ ਹੀ ਲਟਕਦਿਆ ਸੀ, ਰਾਤ ਦਾ ਸਮਾਂ ਸੀਗਾ ਤੇ ਸਾਧ ਸੰਗਤ ਜੀ ਉਹਨੇ ਵੇਖਿਆ ਹੀ ਨਾ ਵੀ ਕੋਈ ਸੂਲੀ ਤੇ ਟੰਗਿਆ। ਹਾਂਜੀ। ਹਲ ਕਰ ਮੁਨੀ ਦੁਖਿਓ ਰਿਸ ਭਇਓ। ਗੱਜ ਕੇ ਆਖੋ ਵਾਹਿਗੁਰੂ। ਉਹ ਮੁਨੀਏ ਲੱਗਿਆ ਜੀ, ਉਹਨੂੰ ਬੜਾ ਗੁੱਸਾ ਚੜਿਆ ਜੀ। ਕਈ ਵਾਰੀ ਤਪ ਕਰਦਾ ਬੰਦਾ ਖੁਸ਼ਕ ਵੀ ਹੋ ਜਾਂਦਾ ਜੀ। ਹਾਂਜੀ। ਦਿਓ ਸਰਾਪ ਰਬ ਉਦਿਤ ਸਾਥ। ਉਹ ਕਹਿਣ ਲੱਗਾ, ਕਹਿੰਦਾ ਸੁਣ ਲਾ, ਜਦੋਂ ਸਵੇਰੇ ਸੂਰਜ ਚੜ੍ਹੇਗਾ ਮਰਹਿ ਉਠਾਇਓ ਜੋ ਨਿਜ ਨਾਥ। ਤੂੰ ਜਿਹੜਾ ਆਪਣਾ ਪਿੰਗਲਾ ਪਤੀ ਚੁੱਕੀ ਫਿਰਦੀ ਹੈ ਨਾ, ਇਹ ਪਿੰਗਲਾ ਪਤੀ ਸੂਰਜ ਚੜ੍ਹਦਿਆਂ ਹੀ ਮਰ ਜਾਏਗਾ। ਗੱਜ ਕੇ ਆਖੋ ਵਾਹਿਗੁਰੂ। ਉਹ ਉਹਦੇ ਨਾਲ ਜੂ ਛੂ ਗਿਆ ਜੀ, ਉਹਦਾ ਦੁੱਖ ਗਿਆ, ਸਾਰਾ ਸਰੀਰ ਹਿੱਲ ਗਿਆ, ਉਹ ਦੁਖੀ ਹੋ ਗਿਆ, ਉਹਨੇ ਸਰਾਪ ਦੇਤਾ ਜੀ। ਵੈਸੇ ਮੈਂ ਇੱਕ ਬੇਨਤੀ ਕਰਾਂ, ਗੁਰਮਤਿ ਵਿੱਚ ਸਰਾਪ ਨਹੀਂ ਹੈਗਾ। ਇਹ ਤੇ ਚਲੋ ਮਹਾਰਾਜ ਸਿੱਖਾਂ ਦੇ ਕਹਿਣ ਉੱਤੇ ਕਥਾ ਸੁਣਾ ਰਹੇ ਹੈ, ਪਰ ਗੁਰਮਤਿ ਦੇ ਵਿੱਚ ਸਰਾਪ ਦੇਣਾ ਬੜੀ ਵੱਡੀ ਮੂਰਖਤਾ ਹੈ। ਕਦੀ ਨਹੀਂ ਕਿਸੇ ਨਾਲ ਐਸਾ ਬਚਨ ਕਰਨਾ। ਕੀਤੀ ਹੋਈ ਕਮਾਈ ਤੇ ਉਧਰ ਚਲੇ ਜਾਂਦੀ ਸਾਰੀ ਜੀ। ਵਰ ਦੇ ਦਿਓ, ਸਰਾਪ ਦੇ ਦਿਓ, ਲੁੱਟਿਆ ਜਾਂਦਾ ਬੰਦਾ ਜੀ। ਹਾਂਜੀ। ਸੁਨ ਪਤ ਪ੍ਰਤਾ ਬਹੁਤ ਦੁੱਖ ਪਾਵਾ। ਉਸ ਪਤੀ ਵਰਤਾ ਇਸਤਰੀ ਨੂੰ ਨਹੀਂ ਸੀ ਪਤਾ। ਮਹਾਰਾਜ ਕਹਿੰਦੇ ਉਹ ਬੜੀ ਦੁਖੀ ਹੋਈ ਸੁਣ ਕੇ ਵੀ ਇਹ ਰਿਸ਼ੀ ਨੇ ਕੀ ਕਹਿ ਦਿੱਤਾ। ਬਿਨ ਜਾਣੇ ਮੈਂ ਤੋਹੇ ਸੁਭਾਵਾ। ਉਹ ਰਿਸ਼ੀ ਅੱਗੇ ਹੱਥ ਜੋੜ ਕੇ ਕਹਿੰਦੀ, ਰਾਤ ਦਾ ਸਮਾਂ ਰੱਬ ਵਾਸਤੇ ਮੈਨੂੰ ਬਖਸ਼ ਦੇ, ਰੱਬ ਦਾ ਵਾਸਤਾ, ਮੈਂ ਵੇਖਿਆ ਹੀ ਨਹੀਂ ਸੀ ਵੀ ਤੂੰ ਹੈਗਾ ਅੱਗੇ। ਹਾਂਜੀ। ਹੋਏ ਪ੍ਰਾਤ ਪਤ ਮਮ ਮਰ ਜਾਏ। ਹੁਣ ਤੇਰਾ ਬਚਨ ਹੈ, ਦਿਨ ਚੜੇ ਮੇਰਾ ਪਤੀ ਚੜਾਈ ਕਰ ਜਾਣਾ। ਹਾਂਜੀ। ਯਾਂਤੇ ਨਹਿ ਸੂਰਜ ਨਿਕਸਾਏ। ਪਰ ਉਹਦੇ ਮਨ ਚ ਆਇਆ ਵੀ ਮੈਂ ਸੂਰਜ ਹੀ ਨਹੀਂ ਚੜਨ ਦੇਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਕ ਪਤੀ ਵਰਤਾ ਇਸਤਰੀ ਦੀ ਸ਼ਕਤੀ ਕਿੰਨੀ ਵੱਡੀ ਹੈ, ਇਹ ਧਿਆਨ ਨਾਲ ਸੁਣਿਓ ਸਾਰੀਆਂ ਬੀਬੀਆਂ। ਉਹ ਕਹਿੰਦੀ ਮੈਂ ਸੂਰਜ ਹੀ ਨਹੀਂ ਚੜਨ ਦੇਣਾ ਜੀ। ਹਾਂਜੀ। ਜੋ ਮੇਰੋ ਪਤ ਮਰਿਓ ਜਿਵਾਵੈ, ਮਾਰ ਤੰਡ ਕੋ ਸੋ ਉਦਤਾਵੈ। ਕਹਿਣ ਲੱਗੀ ਜੋ ਮੇਰੇ ਮਰੇ ਹੋਏ ਪਤੀ ਨੂੰ ਜਿਉਂਦਾ ਕਰੇਗਾ, ਉਹ ਹੀ ਇਸ ਦੁਨੀਆ ਤੇ ਸੂਰਜ ਨੂੰ ਉਦੇ ਕਰ ਸਕਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਵੀ ਸੂਰਜ ਹੁਣ ਤਾਂ ਉਦੇ ਹੋਏਗਾ ਜਾਂ ਮੇਰਾ ਪਤੀ ਨਾ ਮਰੇ, ਤੇ ਜੇ ਮਰ ਗਿਆ ਤਾਂ ਉਹਨੂੰ ਜਿਉਂਦਾ ਕਰੇ। ਹਾਂਜੀ। ਇਮ ਪਤ ਵਰਤਰਾ ਨੇ ਜਬ ਕਹਿਓ। ਉਹ ਵੀ ਹੁਣ ਪਤੀ ਵਰਤਾ ਹੈ। ਜੇ ਉਹਦੇ ਚ ਭਜਨ ਦੀ ਸ਼ਕਤੀ ਤਾਂ ਉਹਦੇ ਚ ਪਤੀ ਵਰਤਾ ਧਰਮ ਦੀ ਸ਼ਕਤੀ ਹੈ ਜੀ। ਪੁਰਾਣੀਆਂ ਮਾਈਆਂ ਪਤੀ ਵਰਤਾ ਧਰਮ ਚ ਪੱਕੀਆਂ ਹੁੰਦੀਆਂ ਸਨ, ਜੋ ਕਹਿੰਦੀਆਂ ਸਨ ਸੱਚ ਹੁੰਦਾ ਸੀਗਾ ਜੀ। ਲੋਕ ਕਹਿੰਦੇ ਸੀ ਨਾ ਨਾ ਵੱਡੀ ਇਹਦੇ ਕੋਲੋਂ ਮਾੜਾ ਬੋਲ ਨਹੀਂ ਸੁਣਨਾ। ਉੱਚਾ ਸੁੱਚਾ ਜੀਵਨ ਬਿਤਾਉਣਾ ਇਹ ਵੀ ਇੱਕ ਭਗਤੀ ਹੈ। ਹੁਣ ਉਧਰ ਉਹਨੇ ਮੋਰਚਾ ਲਾਤਾ, ਸੂਰਜ ਚੜ੍ਹਿਆ ਤੇਰਾ ਪਤੀ ਮਾਰ ਦੇਣਾ। ਇੱਧਰ ਇਹਨੇ ਮੋਰਚਾ ਲਾ ਲਿਆ, ਇਹ ਕਹਿਣ ਲੱਗੀ ਮੈਂ ਸੂਰਜ ਹੀ ਨਹੀਂ ਚੜ੍ਹਨ ਦੇਣਾ। ਔਰ ਇਹਦੇ ਕੋਲ ਪਤੀ ਵਰਤਾ ਧਰਮ ਦੀ ਸ਼ਕਤੀ ਹੈ, ਉਹਦੇ ਕੋਲ ਜਪ ਤਪ ਦੀ ਸ਼ਕਤੀ ਹੈ। ਹਾਂਜੀ। ਉਦਿਓ ਨਾ ਰਵ ਤਮ ਦੈ ਦਿਸ਼ ਰਹਿਓ। 10 ਦਿਨ ਬੀਤ ਗਏ ਇਸ ਭਾਂਤੀ। ਗੱਜ ਕੇ ਆਖੋ। ਇਹਦਾ ਫਿਰ ਪਤੀ ਵਰਤਾ ਧਰਮ ਐਸਾ, ਇਹਨੇ ਰੱਬ ਅੱਗੇ ਅਰਦਾਸ ਕੀਤੀ ਵੀ ਸੂਰਜ ਹੀ ਨਾ ਚੜ੍ਹੇ ਜੀ। ਪਰਮੇਸ਼ਰ ਅੱਗੇ ਅਰਦਾਸ ਕੀਤੀ ਤੇ ਪਤੀ ਵਰਤਾ ਇਸਤਰੀ ਦੀ ਅਰਦਾਸ ਪੂਰੀ ਹੁੰਦੀ ਹੈ। ਅੰਨ ਛੱਡ ਕੇ, ਭਗਤ ਕਬੀਰ ਜੀ ਕਹਿੰਦੇ ਨਾ, ਅੰਨ ਛੱਡ ਕੇ ਵਰਤ ਰੱਖਦੀ ਫਿਰਨਾ। ਆਖਣਾ ਮੇਰਾ ਪਤੀ ਜਿਹੜਾ ਇਹਦੀ ਉਮਰ ਲੰਬੀ ਹੋ ਜਾਏ,
ਤੇ ਸਾਰਾ ਸਾਲ ਇੱਜ਼ਤ ਨਾ ਕਰਨੀ ਤੇ ਉਦਣ ਬੜੀਆਂ ਪੁੱਛਾਂ ਚੁੱਕਣੀਆਂ ਜੀ। ਗੱਜ ਕੇ ਆਖੋ। ਕਹਿਣ ਦਾ ਭਾਵ ਉਹਨੂੰ ਪੰਪ ਮਾਰਨਾ, ਖੁਸ਼ ਕਰਨਾ ਉਹਨੂੰ। ਤੇ ਮਹਾਰਾਜ ਬਾਣੀ ਚ ਕਹਿੰਦੇ ਛੋੜੈ ਅੰਨ ਕਰੇ ਪਖੰਡ, ਨਾ ਉਹੇ ਸੁਹਾਗਣ ਨਾ ਉਹੇ ਰੰਡ। ਸਾਰੀ ਉਮਰ ਸਾਰਾ ਸਾਲ ਪਤੀ ਦਾ ਸਤਿਕਾਰ ਕਰ, ਫਿਰ ਫਾਇਦਾ ਹੈ। ਉਹਨੇ ਅੱਲਾ ਵਾਹਿਗੁਰੂ ਪਰਮੇਸ਼ਰ ਅੱਗੇ ਕੀਤੀ ਅਰਦਾਸ ਤੇ 10 ਦਿਨ ਉਹਨੇ ਸੂਰਜ ਨਹੀਂ ਚੜਨ ਦਿੱਤਾ ਜੀ। ਕਿਉਂ? ਰੱਬ ਉਹਦੀ ਅਰਦਾਸ ਸੁਣੀ ਜੀ ਰੱਬ ਨੇ ਜੀ। ਇਹ ਵੀ ਨਿਰਦੋਸ਼ ਸੀਗੀ ਜੀ। ਹਾਂਜੀ। ਸਗਲੋ ਜਗਤ ਭਇਓ ਬਿਕੁਲਾਤੀ। ਹੁਣ 10 ਦਿਨ ਸੂਰਜ ਨਾ ਚੜਿਆ ਤੇ ਜਗਤ ਵਿੱਚ ਤੇ ਹਨੇਰਾ ਛਾ ਗਿਆ ਜੀ। ਹਾਂਜੀ। ਸਰਬ ਸੁਰਨ ਤਬ ਕੀਨ ਉਪਾਏ। ਦੇਵਤੇ ਉਪਾਅ ਕਰਦੇ, ਚਿੰਤਾ ਵਾਲੇ ਉਪਾਅ ਕਰਨਦੇ ਆ ਵੀ ਕਿਵੇਂ ਸੂਰਜ ਚੜੇ। ਹਾਂਜੀ। ਤਿਸ ਕੋ ਪਤ ਮਿਲ ਦਇਓ ਜੀਵਾਏ। ਗੱਜ ਕੇ ਆਖੋ। ਉਹਨਾਂ ਸੋਚਿਆ ਵੀ ਫਿਰ ਜਦੋਂ ਸੂਰਜ ਚੜੇਗਾ, ਸੂਰਜ ਨੂੰ ਪਰਮੇਸ਼ਰ ਅੱਗੇ ਅਰਦਾਸ ਕਰਦੇ, ਸੂਰਜ ਚੜੇ ਦਿਸੇ, ਜਗਤ 'ਚ ਉਜਾਲਾ ਹੋਵੇ, ਤੇ ਜਦੋਂ ਸੂਰਜ ਚੜੇਗਾ ਇਹਦਾ ਪਤੀ ਮਰਨਾ। ਤੇ ਮੈਂ ਫਿਰ ਵਾਹਿਗੁਰੂ ਦੇਵਤੇ ਜਿਹੜੇ ਉਹ ਇਕੱਠੇ ਹੋ ਕੇ ਵਿਚਾਰ ਕਰਦੇ ਵੀ ਅਸੀਂ ਜਿਉਂਦਾ ਕਰ ਦਿਆਂਗੇ ਪਤੀ, ਫਿਰ ਇਹੋ ਹੀ ਹੋ ਸਕਦਾ। ਪਰ ਉਹ ਪਤੀ ਵਰਤਾ ਹੈ। ਤੇ ਇਸਤਰੀ ਤੇ ਪੁਰਸ਼ ਦਾ ਵਿਆਹ, ਇਸਤਰੀ ਤੇ ਪੁਰਸ਼ ਦੇ ਵਿਆਹ ਦੀ ਮਰਜ਼ਾਦਾ ਕਿਸੇ ਬੰਦੇ ਵੱਲੋਂ ਬਣਾਈ ਨਹੀਂ ਗਈ, ਪਰਮੇਸ਼ਰ ਦਾ ਨਿਯਮ ਹੈ। ਪਰਮੇਸ਼ਰ ਦਾ ਨਿਯਮ ਹੈ। ਇਸੇ ਕਰਕੇ ਸਾਧ ਸੰਗਤ ਜੀ ਇਹ ਮਰਜ਼ਾਦਾ ਵਾਸਤੇ ਧਰਮ ਨੂੰ ਵਿੱਚ ਐਡ ਕੀਤਾ ਜਾਂਦਾ ਜੀ। ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਹਿੰਦੂ ਆਪਣੀ ਮਰਜ਼ਾਦਾ ਅਨੁਸਾਰ, ਮੁਸਲਮਾਨ ਨਿਕਾਹ ਕਰਦੇ ਹੈ, ਈਸਾਈ ਵੀ ਨਿਕਾਹ ਕਰਦੇ ਹੈ। ਇਹ ਇੱਕ ਪਰਮੇਸ਼ਰ ਵੱਲੋਂ ਬਣਾਈ ਮਰਜ਼ਾਦਾ ਹੈ। ਇਸ ਕਰਕੇ ਧਾਰਮਿਕ ਬੰਦੇ ਸ਼ਾਮਲ ਹੋ ਕੇ ਵਿਆਹ ਕਰਵਾਉਂਦੇ ਆ, ਆਪ ਨਹੀਂ ਬੰਦਾ ਕਰ ਸਕਦਾ। ਜੇ ਆਪ ਕਰ ਲੇ ਤਾਂ ਉਹਨੂੰ ਵਿਆਹ ਨਹੀਂ ਮੰਨਦੇ। ਇਹ ਰੱਬ ਦੀ ਬਣਾਈ ਮਰਜ਼ਾਦਾ, ਤੇ ਰੱਬ ਦੀ ਬਣਾਈ ਮਰਜ਼ਾਦਾ ਨੂੰ ਜਿਹੜਾ ਫੋਲੋ ਕਰੇਗਾ ਉਹਦੇ ਵਿੱਚ ਸ਼ਕਤੀ ਤੇ ਆਏਗੀ ਜੀ, ਤਾਕਤ ਤੇ ਆਏਗੀ ਉਹਦੇ ਵਿੱਚ ਜੀ। ਹਾਂਜੀ। ਸਰਬ ਸੁਰਨ ਤਬ ਕੀਨ ਉਪਾਏ, ਤਿਸ ਕੋ ਪਤ ਮਿਲ ਦਿਓ ਜੀਵਾਏ। ਫਿਰ 10ਵੇਂ ਦਿਨ ਜਾ ਕੇ ਸੂਰਜ ਜਦੋਂ ਚੜ੍ਹਦਾ ਹੈ, 11ਵੇਂ ਦਿਨ ਉਹਦਾ ਪਤੀ ਜਦੋਂ ਚਾਲਾ ਮਾਰ ਗਿਆ, ਉਹਦੇ ਪਤੀ ਨੂੰ ਦੇਵਤਿਆਂ ਜਿੰਦਾ ਕੀਤਾ ਜੀ। ਕਿਉਂ? ਉਹ ਪਤੀ ਵਰਤਾ ਸੀ। ਮਹਾਰਾਜ ਕਹਿਣ ਲੱਗੇ ਏਮ ਪਤ ਬ੍ਰਤਾ ਬਿਖੈ ਬਹੁ ਬਲ ਹੈ। ਇਸ ਤਰੀਕੇ ਨਾਲ ਗੱਜ ਕੇ ਆਖੋ ਵਾਹਿਗੁਰੂ। ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਪਤੀ ਵਰਤਾ ਇਸਤਰੀ ਦੇ ਵਿੱਚ ਬੜਾ ਬਲ ਹੈ, ਬੜੀ ਤਾਕਤ ਹੈ। ਧਰੇ ਸ਼ਕਤ ਗਮਨੈ ਸਭ ਥਲ ਹੈ। ਉਹ ਫਿਰ ਸ਼ਕਤੀ ਉਹਦੇ ਵਿੱਚ ਆਉਂਦੀ, ਉਹ ਸਭ ਥਾਵਾਂ ਤੇ ਜਾ ਸਕਦੀ ਹੈ। ਤੇ ਬੜੇ ਦੂਰ ਲੱਖਾਂ ਸੰਗਤਾਂ ਨੇ ਕਥਾ ਸੁਣਨੀ ਹੈ। ਮੈਂ ਆਪਣੀਆਂ ਮਾਵਾਂ ਨੂੰ ਬੇਨਤੀ ਕਰਾਂਗਾ, ਭੈਣਾਂ ਨੂੰ, ਸਾਰੀਆਂ ਬੀਬੀਆਂ ਨੂੰ ਬੇਨਤੀ ਕਰਾਂਗਾ, ਕਲਯੁਗ ਦਾ ਸਮਾਂ ਚੱਲ ਰਿਹਾ ਹੈ ਤੇ ਪਤੀ ਵਰਤਾ ਧਰਮ ਨੂੰ ਹੀ ਜਿਹੜਾ ਕਮਾ ਲੇ ਨਾ, ਇਹ ਵੀ ਬੜੀ ਵੱਡੀ ਗੱਲ ਹੈ। ਆਨੰਦਪੁਰ ਸਾਹਿਬ ਅੱਜ ਵੀ ਪਿੱਪਲ ਦਾ ਰੁੱਖ ਹੈਗਾ ਜੀ। ਹੁਣ ਉਹ ਪਿੱਪਲ ਬਹੁਤ ਵੱਡਾ ਹੋ ਗਿਆ ਜੀ। ਜਾ ਕੇ ਦਰਸ਼ਨ ਕਰਿਓ। ਗੁਰਦੁਆਰਾ ਸ਼ਹੀਦੀ ਬਾਗ ਸਾਹਿਬ ਉਹ ਪਿੱਪਲ ਸੁਭਾਏਮਾਨ ਹੈ। ਤੇ ਉਹ ਕੀ ਹੋਇਆ ਸੀ? ਮਹਾਰਾਜ ਬੈਠੇ 10ਵੇਂ ਪਾਤਸ਼ਾਹ, ਮਹਾਰਾਜ ਕਹਿੰਦੇ ਐਸੀ ਕੋਈ ਇਸਤਰੀ ਬੈਠੇ ਜਿਹੜੀ ਭਜਨ ਵੀ ਕਰਦੀ ਹੋਵੇ, ਜਿਹਨੇ ਮਰਦ ਦਾ ਮੁਖ ਨਾ ਫਿਟਕਾਰਿਆ ਹੋਵੇ। ਇੱਕ ਬੀਬੀ ਉੱਠੀ, ਮਹਾਰਾਜ ਕਹਿੰਦੇ ਇਹਦੇ ਥੱਲੇ ਬੈਠ। ਰੁੱਖ ਦੇ ਹੇਠਾਂ ਬੈਠੀ, ਰੁੱਖ ਹਰਾ ਭਰਿਆ ਹੋ ਗਿਆ ਸੀਗਾ ਜੀ। ਉਹ ਅੱਜ ਵੀ ਹੈਗਾ ਜੀ, ਕੋਈ ਗੱਪ ਨਹੀਂ ਹੈਗੀ ਜੀ। ਇਤਿਹਾਸ ਦੀ ਲਿਖਤ ਹੈ ਔਰ ਇਤਿਹਾਸਕ ਜਗ੍ਹਾ ਮੌਜੂਦ ਹੈ, ਉਹ ਪਿੱਪਲ ਮੌਜੂਦ ਹੈ। ਅੱਜ ਉਸ ਪਿੱਪਲ ਦੇ ਜਿਹੜੇ ਟਾਹਣ ਹੈ ਨਾ, ਜੜ੍ਹਾਂ,
ਉਹ ਧਰਤੀ 'ਚ ਲੱਗ ਕੇ ਅੱਗੋਂ ਬੜਾ ਵੱਡਾ ਹੋ ਗਿਆ ਜੀ ਉਹ ਜੀ। ਇੰਨੀ ਤਾਕਤ ਆ ਜਾਂਦੀ ਜੀ। ਹਾਂਜੀ। ਏਮ ਪਤ ਬ੍ਰਤਾ ਬਿਖੈ ਬਹੁ ਬਲ ਹੈ, ਧਰੇ ਸ਼ਕਤ ਗਮਨੈ ਬਹੁ ਥਲ ਹੈ, ਜਾਂ ਤੇ ਕਾਬਲ ਤੇ ਚਲ ਆਈ। ਇਸ ਕਰਕੇ ਇਹ ਮਾਈ ਕਾਬਲ ਤੋਂ ਚੱਲ ਕੇ ਇੱਥੇ ਆ ਜਾਂਦੀ, ਮਹਾਰਾਜ ਕਹਿਣ ਲੱਗੇ। ਹਾਂਜੀ। ਇੱਕ ਪਤ ਬਰਤ ਪੁਨ ਸੇਵ ਕਮਾਈ। ਦੋ ਇਹਦੇ ਕੋ ਫਲ, ਇੱਕ ਪਤੀ ਵਰਤਾ ਧਰਮ, ਇੱਕ ਇਸ ਗੁਰੂ ਘਰ ਦੀ ਸੇਵਾ ਕਰਦੀ ਹੈ। ਤੀਜਾ ਸੁਣੋ। ਸਤਿਗੁਰ ਧਿਆਨ ਧਰਹਿ ਦਿਨ ਰਾਤ। ਫਿਰ ਦਿਨ ਰਾਤ ਗੁਰੂ ਦਾ ਧਿਆਨ ਵੀ ਧਾਰਦੀ ਹੈ। ਹਾਂਜੀ। ਭਾਈ ਅਧਿਕ ਸ਼ਕਤੀ ਗਨ ਐਨ। ਤੇ ਮਹਾਰਾਜ ਕਹਿੰਦੇ ਇਸ ਕਰਕੇ ਇਹਦੇ ਚ ਸ਼ਕਤੀ ਆ ਗਈ, ਸ਼ਕਤੀਆਂ ਦਾ ਘਰ ਹੀ ਬਣ ਗਈ ਹੈ ਰਾ। ਹਾਂਜੀ। ਗ੍ਰਹਸਤ ਬਿਖੈ ਜਿਤ ਭਗਤ ਕਰਨ ਤੇ। ਗ੍ਰਸਤ ਵਿਖੇ ਜੇ ਭਗਤ ਕਰਮ ਤੇ, ਗ੍ਰਸਤੀ ਵਿੱਚ ਰਹਿ ਕੇ ਜਿਹੜੇ ਭਗਤੀ ਕਰਦੇ ਹਨ, ਗੁਰ ਸੇਵੈ ਹੈ ਪ੍ਰਭ ਕੋ ਸਿਮਰਨ ਤੇ। ਗੁਰੂ ਦੀ ਸੇਵਾ ਕਰਦੇ ਆ ਤੇ ਪਰਮੇਸ਼ਰ ਦਾ ਨਾਮ ਜਪਦੇ ਆ। ਹਾਂਜੀ। ਤਿੰਨ ਸਮਾਨ ਦੂਸਰ ਨਹਿ ਹੋਏ। ਮਹਾਰਾਜ ਕਹਿੰਦੇ ਉਹਨਾਂ ਵਰਗਾ ਦੂਜਾ ਨਹੀਂ ਹੋ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਸੁਨ ਗੁਰ ਤੇ ਹਰਖੇ ਸਭ ਕੋਏ। ਉਹ ਜਦੋਂ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਮੁਖੋਂ ਇਹ ਬਚਨ ਸੁਣੇ, ਸਾਰੇ ਬੜੇ ਧੀਰਜਵਾਨ ਹੋ ਗਏ। ਬੀਬੀਆਂ ਨੂੰ ਵੀ ਪ੍ਰੇਰਣਾ ਮਿਲੀ, ਪੁਰਸ਼ਾਂ ਨੂੰ ਵੀ ਪ੍ਰੇਰਣਾ ਮਿਲੀ, ਸਾਰੇ ਖੁਸ਼ ਵੀ ਹੋਏ ਜੀ। ਧੰਨ ਧੰਨ ਤੁਮ ਪ੍ਰਭੂ ਕਿਰਪਾਲੂ। ਸਾਰੇ ਕਹਿੰਦੇ ਮਹਾਰਾਜ ਤੁਸੀਂ ਤੇ ਧੰਨ ਹੀ ਹੋ ਸੱਚੇ ਪਾਤਸ਼ਾਹ। ਕਹੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਦਾਤਾ ਸ਼ਕਤੀ ਬ੍ਰਿੰਦ ਬਿਸਾਲੂ। ਮਹਾਰਾਜ ਅਸਲ ਵਿੱਚ ਸ਼ਕਤੀਆਂ ਦੇ ਦਾਤੇ ਤੇ ਤੁਸੀਂ ਹੋ ਮਹਾਰਾਜ। ਤੁਸੀਂ ਦਿੰਦੇ ਹੋ ਤਾਕਤਾਂ, ਬਖਸ਼ਿਸ਼ਾਂ। ਪੁੰਨ ਸੋ ਮਾਈ ਨਿਕਟ ਹਕਾਰੀ। ਫਿਰ ਮਹਾਰਾਜ ਕਹਿੰਦੇ ਹੁਣ ਉਸ ਮਾਈ ਨੂੰ ਨੇੜੇ ਸੱਦੋ ਸਾਡੇ। ਉਹ ਕਾਬਲ ਦੇ ਪਤੀ ਵਰਤਾ ਇਸਤਰੀ ਨੂੰ ਨੇੜੇ ਸੱਦਿਆ। ਕਰੀ ਨਿਹਾਲ ਸੋ ਗਿਰਾ ਉਚਾਰੀ। ਮਹਾਰਾਜ ਨੇ ਫਿਰ ਉਹਨੂੰ ਨਿਹਾਲ ਕੀਤਾ। ਉਹਨੂੰ ਮਹਾਰਾਜ ਨੇ ਬਚਨ ਕੀਤਾ, ਵੇਖਿਓ ਧਰਮ ਕਮਾਉਂਦਿਆਂ, ਸੇਵਾ ਕਰਦਿਆਂ ਕੀ ਮਿਲਦਾ ਬੰਦੇ ਨੂੰ। ਆਤਮ ਗਿਆਨ ਦੰਪਤੀ ਪਾਵੋ, ਅੰਤ ਸਮੈ ਮੁਝ ਸੋ ਮਿਲ ਜਾਵੋ। ਮਹਾਰਾਜ ਕਹਿਣ ਲੱਗੇ ਅੱਜ ਤੋਂ ਤੁਸੀਂ ਆਤਮ ਗਿਆਨੀ ਹੋ ਦੋਵੇਂ। ਤੇਰਾ ਪਤੀ ਵੀ ਉੱਥੇ ਬੈਠਾ ਹੀ ਆਤਮ ਗਿਆਨੀ ਹੋ ਜਾਏਗਾ। ਆਤਮ ਗਿਆਨੀ ਕੀ ਹੁੰਦਾ ਜੀ? ਇੱਕ ਤੇ ਗੱਲਾਂ ਬਾਤਾਂ ਕਰਨੀਆਂ ਨਾ, ਇੱਕ ਹੁੰਦਾ ਮਨੋ ਗਿਆਨ ਹੋ ਜਾਣਾ। ਜਦੋਂ ਤੁਹਾਡੇ ਦੋਵਾਂ ਦਾ ਸਰੀਰ ਛੁੱਟੇਗਾ, ਗੁਰੂ ਅਮਰਦਾਸ ਸਾਹਿਬ ਕਹਿੰਦੇ ਤੁਸੀਂ ਸਿੱਧਾ ਸਾਡੇ ਕੋਲ ਆ ਜਾਓਗੇ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਹਾਂ। ਇਮ ਪ੍ਰਸੰਗ ਤਿਸ ਮਾਈ ਕੇਰਾ। ਇਸ ਤਰੀਕੇ ਨਾਲ ਕਾਬਲ ਦੀ ਉਸ ਮਾਈ ਦਾ ਪ੍ਰਸੰਗ ਹੋਇਆ ਜੀ। ਹਾਂਜੀ। ਕਰਿਓ ਉਧਾਰ ਪਰਮ ਸੁਖ ਹੇਰਾ। ਪਰਮ ਸੁਖ ਪਾਇਆ ਉਹਨੇ, ਮਹਾਨ ਸੁਖ ਮਿਲਿਆ ਉਹਨੂੰ, ਉਹਦਾ ਉਧਾਰ ਵੀ ਹੋਇਆ ਜੀ। ਹਾਂਜੀ। ਸਤਿਗੁਰ ਸਕਲ ਸ਼ਕਤ ਕੋ ਦਾਤਾ। ਗੁਰੂ ਸਾਹਿਬ ਸਾਰੀਆਂ ਸ਼ਕਤੀਆਂ ਦੇ ਦਾਤੇ ਹਨ। ਸਿੱਖ ਸੰਗਤ ਸਭ ਹਿਨ ਮਨ ਜਾਤਾ। ਸਾਰੀਆਂ ਸਿੱਖ ਸੰਗਤਾਂ ਨੇ ਜਾਣ ਲਿਆ ਵੀ ਮਹਾਰਾਜ ਦੇ ਦਰ ਤੇ ਸੇਵਾ ਕੀਤਿਆਂ ਬਹੁਤ ਕੁਝ ਮਿਲਦਾ, ਬਹੁਤ ਕੁਝ ਮਿਲਦਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਇਸਤਰੀਆਂ, ਪੁਰਸ਼, ਦੰਪਤੀ, ਜੋੜਾ ਜਿਹੜੇ ਜਿਹੜੇ ਇਹ ਕਥਾ ਸੁਣ ਰਹੇ ਆ, ਮਹਾਰਾਜ ਕਿਰਪਾ ਕਰਨ ਸਾਰੇ ਆਪੋ ਆਪਣੇ ਧਰਮ 'ਚ ਪੱਕੇ ਹੋ ਸਕਣ ਜੀ। ਉਹ ਪਤੀ ਵਰਤਾ ਧਰਮ 'ਚ, ਉਹ ਆਪਣਾ ਪਤਨੀ ਵਰਤਾ ਬਣੇ ਜੀ, ਤੇ ਘਰ ਵਿੱਚ ਸੁਖ ਸ਼ਾਂਤੀ ਰਹੇਗੀ ਜੀ। ਸੁਖ ਸ਼ਾਂਤੀ ਰਹੇਗੀ। ਬੜਾ ਵੱਡਾ ਇੱਕ ਨਾਤਾ ਵਾਹਿਗੁਰੂ ਨੇ ਬਣਾਇਆ ਜੀ, ਬਹੁਤ ਵੱਡਾ ਨਾਤਾ ਜੀ। ਜੇ ਬੰਦਾ ਇਹਨੂੰ ਸਹੀ ਤਰੀਕੇ ਨਾਲ ਤੋਰੀ ਰੱਖੇ ਜੀ। ਹਾਂਜੀ। ਨਹੀਂ ਤੇ ਕਲੇਸ਼ ਵੀ ਬੜਾ ਹੈ ਤੇ ਸੁੱਖ ਵੀ ਬੜਾ ਹੈ ਜੀ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ।
ਪ੍ਰੇਮ ਨਾਲ ਜਪੋ। ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ 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 ਵਾਹਿਗੁਰੂ। 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 ਜਪ ਵਾਹਿਗੁਰੂ। ਜਪ ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ, ਨਾਮ ਜਪਣ ਦਾ ਬਲ ਬਖਸ਼ਣ, ਸੰਗਤ ਕਰਨ ਦਾ। ਵਾਹਿਗੁਰੂ 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 ਵਾਹਿਗੁਰੂ। ਪਰਮੇਸ਼ਰ ਜੀ ਦਾ ਨਾਮ ਜਪਣ ਦਾ। ਅੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ